कि जो ਪੋਹ ਦਾ ਮਹੀਨਾ ਹੈ, ਸਿੱਖ ਜਗਤ ਦੇ ਵਿੱਚ ਇਸ ਮਹੀਨੇ ਨੂੰ ਸੋਗ ਦੇ ਮਹੀਨੇ ਦੇ ਰੂਪ ਦੇ ਵਿੱਚ ਬਤੀਤ ਕੀਤਾ ਜਾਂਦਾ ਹੈ, ਕਿਉਂਕਿ ਇਸ ਮਹੀਨੇ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਰਾ ਪਰਿਵਾਰ ਹੀ ਸਿੱਖ ਪੰਥ ਦੀ ਭੇਟ ਹੋ ਗਿਆ ਸੀ। ਸਿੱਖ ਸੰਗਤਾਂ ਨੇ ਇਸ ਲਈ ਇਸ ਮਹੀਨੇ ਨੂੰ ਸੋਗ ਦੀ ਤਰ੍ਹਾਂ ਬਤੀਤ ਕਰਨਾ, ਆਪਣੇ ਅੰਦਰ ਦੀ ਸ਼ਰਧਾ ਭਾਵਨਾ ਨੂੰ ਪ੍ਰਗਟ ਕੀਤਾ ਹੈ। 6 ਪੋਹ ਤੋਂ ਲੈ ਕੇ 13 ਪੋਹ ਤੱਕ ਦਾ ਜੋ ਇਤਿਹਾਸ ਹੈ, ਉਹ ਆਪ ਸੰਗਤਾਂ ਦੇ ਨਾਲ 6 ਪੋਹ ਵਾਲੇ ਦਿਨ ਤੋਂ ਹੀ 10 ਵਿਚਾਰਾਂ ਸਾਂਝੀਆਂ ਕਰ ਰਿਹਾ ਹੈ। ਇੱਕ ਵਾਰੀ ਫਿਰ ਮੈਂ ਥੋੜਾ ਜਿਹਾ ਦੁਹਰਾਉਣਾ ਕਰਾਂਗਾ। 6 ਪੋਹ ਦੀ ਰਾਤ ਨੂੰ ਕਿਲ੍ਹਾ ਆਨੰਦਪੁਰ ਸਾਹਿਬ ਦਾ ਛੱਡਿਆ ਗਿਆ ਸੀ। 7 ਪੋਹ ਦੀ ਸਵੇਰ ਨੂੰ ਸਰਸਾ ਨਦੀ ਦੇ ਕਿਨਾਰੇ ਤੇ ਖਾਲਸਾ ਦੀਵਾਨ ਸਾਜਿਆ ਗਿਆ ਸੀ, ਜਿਸ ਦੇ ਵਿੱਚ ਆਸਾ ਜੀ ਦੀ ਵਾਰ ਦਾ ਦੀਵਾਨ ਲਾਇਆ ਗਿਆ। ਇਸੇ ਅੰਮ੍ਰਿਤ ਵੇਲੇ ਤੋਂ ਲੈ ਕੇ ਤਕਰੀਬਨ ਸੂਰਜ ਛਿਪਣ ਤੱਕ ਸਾਰਾ ਦਿਨ ਇੱਥੇ ਬੜਾ ਘਮਸਾਨ ਦਾ ਜੰਗ ਹੋਇਆ ਸੀ। ਇਸ ਇੱਕ ਦਿਨ ਹੀ 200 ਸਿੰਘ ਸ਼ਹੀਦ ਹੋ ਗਏ ਸਨ। 7 ਪੋਹ ਦੀ ਰਾਤ ਸਰਸਾ ਨਦੀ ਨੂੰ ਪਾਰ ਕਰਦੇ ਹੋਇਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ। दिन ਦੇ ਸਮੇਂ ਯੁੱਧ ਕੀਤਾ ਜਾਂਦਾ ਸੀ, ਰਾਤ ਦੇ ਸਮੇਂ ਸਫ਼ਰ ਕੀਤਾ ਜਾਂਦਾ ਸੀ। ਇਸੇ 7 ਪੋਹ ਦੀ ਰਾਤ ਨੂੰ ਜਿੱਥੇ ਸਰਸਾ ਨਦੀ ਪਾਰ ਕਰਦਿਆਂ ਪਰਿਵਾਰ ਵਿਛੋੜਾ ਪਿਆ ਸੀ, ਉਥੇ 7 ਪੋਹ ਦੀ ਰਾਤ ਨੂੰ ਹੀ ਅਗਲੇ 8 ਪੋਹ ਦੀ ਸਵੇਰ ਹੋਣ ਤੋਂ ਪਹਿਲਾਂ ਕੱਚੀ ਗੜੀ ਦੇ ਵਿੱਚ ਗੁਰੂ ਮਹਾਰਾਜ ਜੀ ਪ੍ਰਵੇਸ਼ ਕਰਦੇ ਸਨ। ਕਹਿਣ ਤੋਂ ਭਾਵ 7 ਪੋਹ ਦੀ ਰਾਤ ਤੇ ਜਿਹੜੀ ਉਹ ਕੱਚੀ ਗਲੀ ਦੇ ਵਿੱਚ ਗੁਜ਼ਾਰੀ ਸੀ, ਇੱਧਰ ਮਾਤਾ ਗੁਜਰ ਕੌਰ ਆਪਣੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਕੁੰਮੇ ਮਾਸ਼ਕੀ ਦੀ ਝੋਪੜੀ ਦੇ ਵਿੱਚ ਰਾਤ ਗੁਜ਼ਾਰਦੇ ਨੇ। ਇਹ ਕੁੰਮਾ ਮਾਸ਼ਕੀ ਕੌਣ ਸੀ? ਇਸ ਵਾਸਤੇ ਦਾਸ ਨੇ ਥੋੜਾ ਦਰਾਇਆ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹ ਸਾਡੇ ਇਤਿਹਾਸ ਦੇ ਵਿੱਚ ਨਾਮ ਤਾਂ ਦਰਜ ਹੈ, ਪਰ ਹਨ ਲੁਕੀਆਂ। ਇਹ ਕੁੰਮਾ ਮਾਸ਼ਕੀ ਇੱਕ ਹਿੰਦੂ ਜਾਤ ਦੇ ਨਾਲ ਸੰਬੰਧ ਰੱਖਣ ਵਾਲਾ ਸੀ। ਇਸ ਨੂੰ ਜਬਰਨ ਮੁਸਲਮਾਨ ਬਣਾਇਆ ਗਿਆ ਸੀ। ਇਸ ਨੂੰ ਜਦੋਂ ਜਬਰਨ ਮੁਸਲਮਾਨ ਬਣਾਇਆ ਗਿਆ ਤੇ ਫਿਰ ਇਸ ਦੀ ਬਲਾਦਰੀ ਨੇ ਵੀ ਇਸ ਨੂੰ ਨਕਾਰ ਦਿੱਤਾ ਤੇ ਮੁਸਲਮਾਨਾਂ ਦੇ ਨਾਲ ਇੰਦਰੀ ਬਲਾਦਰੀ ਕੋਈ ਨਹੀਂ ਸੀ। ਇਸ ਕਰਕੇ ਇਹ ਇਕੱਲਾ ਹੀ ਜੰਗਲ ਵਾਲੇ ਪਾਸੇ ਇੱਕ ਝੁੱਗੀ ਬਣਾ ਕੇ ਵਸੇਬਾ ਕਰੀ ਬੈਠਾ ਸੀ। ਇਹ ਕੁੰਮਾ ਮਾਸ਼ਕੀ ਉਹ ਹੈ ਜਿਹਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਫਤਿਹ ਕੀਤੀ ਸੀ ਤੇ ਇਹਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਰਾ ਅੱਖੀ ਵੇਖਿਆ ਹਾਲ ਜਿਹੜਾ ਉਹ ਦੱਸਣਾ ਕੀਤਾ ਸੀ। ਇਹ ਕੁੰਮਾ ਮਾਸ਼ਕੀ ਉਹੀ ਹੈ ਜਿਹਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦੁਬਾਰਾ ਫਿਰ ਅੰਮ੍ਰਿਤ ਛਕਾ ਕੇ ਇਹਦਾ ਨਾਮ ਇਤਿਹਾਸ ਦੇ ਵਿੱਚ ਕਰਮ ਸਿੰਘ ਰੱਖਿਆ। ਇਹਨੂੰ ਸਿਰ ਪੌ ਦੇ ਕੇ ਘੋੜਾ ਦੇ ਕੇ ਤੇ ਨਵਾਜਿਆ ਸੀ। ਇਹ ਕੁੰਮਾ ਮਾਸ਼ਕੀ ਉਹ ਹੈ ਜਿਸ ਨੇ ਬਾਬਾ ਵਿਨੋਦ ਸਿੰਘ ਜੋ ਇਸ ਦਾ ਭਾਣਜਾ ਲੱਗਦਾ ਸੀ, ਸਾਰੀ ਵਿਆਖਿਆ ਜਿਹੜੀ ਵਾਰਤਾਲਾਪ ਜੋ ਇਹਨੇ ਅੱਖੀ ਵੇਖਿਆ ਸਰਹੰਦ ਦੇ ਵਿੱਚ ਹੋਇਆ ਗੁਜ਼ਰਿਆ ਆਪਣੇ ਭਾਣਜੇ ਨੂੰ ਸੁਣਾਇਆ।
ਤੇ ਫਿਰ ਇਸ ਬਾਬਾ ਵਿਨੋਦ ਸਿੰਘ ਨੇ, ਇਹ ਭੱਲਾ ਸੀ, ਬਾਬਾ ਵਿਨੋਦ ਸਿੰਘ ਭੱਲਾ, ਕਿਉਂਕਿ ਇਤਿਹਾਸ ਦੇ ਵਿੱਚ ਬਾਬਾ ਵਿਨੋਦ ਸਿੰਘ ਦੋ ਨਾਮ ਆਉਂਦੇ ਨੇ। ਇਹ ਬਾਬਾ ਵਿਨੋਦ ਸਿੰਘ ਭੱਲਾ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰੂ ਵੀ ਭੱਲੇ ਸਨ। ਇਹ ਬਾਬਾ ਵਿਨੋਦ ਸਿੰਘ ਭੱਲਾ ਜੋ ਕੁੰਮੇ ਮਾਸ਼ਕੀ ਦਾ ਭਾਣਜਾ ਸੀ, ਇਸ ਨੇ ਫਿਰ ਇਹ ਸਾਰਾ ਇਤਿਹਾਸ ਜਿਹੜਾ ਇਹ ਰਣਜੀਤ ਸਿੰਘ ਰਾਣਾ ਨਾਮ ਆਉਂਦਾ ਹੈ, ਉਸ ਦੇ ਕੋਲੋਂ ਉਦੋਂ ਲਿਖਵਾਇਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਨੂੰ ਕਾਇਮ ਕਰ ਲਿਆ ਸੀ। ਸੋ ਇਹ ਸੀ ਕੁਮਾਰ ਮਾਸ਼ਕੀ, ਜਿੰਦੇ ਪਾਸ 7 ਪੋਹ ਦੀ ਰਾਤ ਤੇ ਜਿਹੜੀ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਗੁਜ਼ਾਰਨਾ ਕੀਤੀ। ਅੱਗੇ ਆ ਜਾਂਦਾ ਹੈ 8 ਪੋਹ ਦਾ ਦਿਨ। 8 ਪੋਹ ਦੇ ਦਿਨ ਗੰਗੂ ਬ੍ਰਾਹਮਣ ਨੇ ਜਿਹੜਾ ਉਹ ਮਿਲ ਜਾਂਦਾ ਹੈ। ਜਦੋਂ ਗੰਗੂ ਬ੍ਰਾਹਮਣ ਮਿਲਦਾ ਹੈ 8 ਪੋਹ ਨੂੰ, ਤੇ 8 ਪੋਹ ਦੀ ਜਿਹੜੀ ਰਾਤ ਸੀ ਉਹ ਮਾਤਾ ਗੁਜਰ ਕੌਰ ਨੇ ਗੰਗੂ ਬ੍ਰਾਹਮਣ ਦੇ ਘਰੇ ਗੁਜ਼ਾਰੀ ਸੀ, ਜਿਸ ਦੇ ਪਿੰਡ ਦਾ ਨਾਮ ਖੇੜੀ ਸੀ। ਅੱਗੇ 8 ਪੋਹ ਦੀ ਰਾਤ ਨੂੰ ਇਹ ਚੋਰੀ ਕਰ ਲੈਂਦਾ। 9 ਪੋਹ ਦਾ ਜਦੋਂ ਦਿਨ ਚੜ੍ਹਦਾ, 9 ਪੋਹ ਦੀ ਸਵੇਰ ਹੁੰਦੀ ਹੈ, ਤੇ ਮਾਤਾ ਜੀ ਨੇ ਇਹਨੂੰ ਆਖਿਆ ਵੀ ਚੋਰੀ ਤੂੰ ਕੀਤੀ, ਹੋਰ ਤਾਂ ਇੱਥੇ ਕੋਈ ਆਇਆ ਨਹੀਂ। ਤੇ ਇਹਨੇ ਸ਼ਰਮਸ਼ਾਰ ਹੋਣ ਦੀ ਬਜਾਏ, ਆਪਣੀ ਗਲਤੀ ਮੰਨਣ ਦੀ ਬਜਾਏ ਮਰਿੰਡੇ ਜਾ ਕੇ ਤੇ ਜਿੱਥੋਂ ਦੇ ਕਰਿੰਦੇ ਸਨ ਸਰਕਾਰੀ ਚੌਂਕੀ ਦੇ ਮਾਨੀ ਖਾਂ ਤੇ ਜਾਨੀ ਖਾਂ, ਇਹ ਦੋਵੇਂ ਭਰਾ ਸਨ, ਇਹਨਾਂ ਦੇ ਪਾਸ ਸ਼ਿਕਾਇਤ ਕੀਤੀ ਤੇ ਇਹ ਛੋਟੇ ਸਾਹਿਬਜ਼ਾਦਿਆਂ ਨੂੰ 9 ਪੋਹ ਦੀ ਰਾਤ ਤੇ ਜਿਹੜੀ ਉਹ ਮਰਿੰਡੇ ਲੈ ਕੇ ਗਏ, ਉੱਥੇ ਗੁਜ਼ਾਰੀ। ਅੱਗੇ 10 ਪੋਹ ਵਾਲੇ ਦਿਨ ਛੋਟੇ ਸਾਹਿਬਜ਼ਾਦੇ ਸਨ ਜਿਹੜੇ ਇਹ ਸਰਹੰਦ ਚਲੇ ਗਏ। ਉੱਥੇ ਪਹਿਲੀ ਪੇਸ਼ੀ ਜਿਹੜੀ ਇਹ 10 ਪੋਹ ਨੂੰ ਹੋਈ। 10 ਪੋਹ ਦੀ ਪੇਸ਼ੀ ਦੇ ਵਿੱਚ ਜ਼ਿਆਦਾ ਵਾਰਤਾਲਾਪ ਨਹੀਂ ਹੋਇਆ, ਥੋੜਾ ਵਾਰਤਾਲਾਪ ਹੋਇਆ ਹੈ। ਕਿਉਂਕਿ ਸੂਬਾ ਸਰਹੰਦ ਵਜ਼ੀਰ ਖਾਂ ਜਿਹੜਾ ਇਹ ਉਧਰੋਂ ਅਜੇ ਹਟ ਕੇ ਹੀ ਆਇਆ ਸੀ, ਤੇ ਜੰਗ ਦੇ ਥਕੇਵੇਂ ਕਰਕੇ, ਖੱਜਲ ਖੁਆਰੀ ਕਰਕੇ ਇਹਨੇ ਜਿਹੜੀ ਅਦਾਲਤ ਸੀ ਉਹਨੂੰ ਬਰਖਾਸਤ ਕਰ ਦਿੱਤਾ ਸੀ। ਥੋੜੀਆਂ ਵਿਚਾਰਾਂ ਕਰਕੇ ਕੇਵਲ ਸਜ਼ਾ ਜਿਹੜੀ ਸੀ ਉਹ ਸੁਣਾ ਦਿੱਤੀ ਸੀ ਬਈ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਵੇ। ਅੱਗੇ ਫਿਰ 11 ਨੂੰ ਪੇਸ਼ੀ ਹੋਈ, 12 ਨੂੰ ਪੇਸ਼ੀ ਹੋਈ, 12 ਨੂੰ ਸਜ਼ਾ ਸੁਣਾ ਦਿੱਤੀ ਤੇ 13 ਪੋਹ ਨੂੰ ਫਿਰ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ। ਉਧਰ ਦਾ ਇਤਿਹਾਸ ਜਿਹੜਾ ਹੈ ਉਹ 8 ਪੋਹ ਨੂੰ ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ 34 ਸਿੰਘਾਂ ਤੇ 3 ਪਿਆਰਿਆਂ ਦੇ ਨਾਲ ਸ਼ਹੀਦ ਹੋ ਗਏ। 9 ਪੋਹ ਨੂੰ ਜਿਹੜਾ ਦਿਨ ਚੜਿਆ, ਗੁਰੂ ਮਹਾਰਾਜ ਜੀ ਇਹ 8 ਤੇ 9 ਪੋਹ ਦੀ ਸਾਂਝੀ ਰਾਤ ਨੂੰ ਇੱਥੋਂ ਰਵਾਨਾ ਹੋ ਚੁੱਕੇ ਸਨ, ਜਿੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਤੇ ਤਾੜੀ ਸਾਹਿਬ ਇੱਥੇ ਤਾੜੀ ਮਾਰ ਕੇ ਨਿਕਲੇ ਨੇ ਤੇ ਮਾਛੀ ਵਾਲੇ ਦੇ ਜੰਗਲਾਂ ਨੂੰ ਗੁਜ਼ਰ ਗਏ ਨੇ, ਇੱਧਰ ਆ ਗਏ ਨੇ। ਇਸ ਏਰੀਏ ਦਾ ਨਾਮ ਮਾਛੀ ਵਾੜਾ ਤਾਂ ਸੀ, ਇੱਥੇ ਦਰਿਆ ਵਿਆਹ ਕਰਦਾ ਸੀ ਕਿਸੇ ਸਮੇਂ ਤੇ ਮੱਛੀਆਂ ਬੜੀਆਂ ਸੀ। ਇਹਦਾ ਇਤਿਹਾਸ ਆਪਾਂ ਫਿਰ ਕਿਸੇ ਦਿਨ ਵਿਚਾਰਾਂਗੇ ਤਾਂ ਕਿ ਆਪਾਂ ਪਛੜ ਨਾ ਜਾਈਏ, ਸਮਾਂ ਆਪਣੀ ਚਾਲ ਨਾਲ ਤੁਰਿਆ ਜਾਂਦਾ ਹੈ। 9 ਪੋਹ ਨੂੰ ਭਾਈ ਸੰਗਤ ਸਿੰਘ, ਜਿਹਨੂੰ ਗੁਰੂ ਮਹਾਰਾਜ ਜੀ ਨੇ ਆਪਣਾ ਤਾਜੋ ਤਖਤ ਦੇ ਕੇ ਤੇ ਆਪਣਾ ਭੇਸ ਜਿਹੜਾ ਸੀ ਬਾਣਾ ਸੀ ਪਹਿਰਾ ਕੇ ਤੇ ਕਿਲੇ ਦੇ ਵਿੱਚ ਰੱਖਿਆ ਤੇ ਇਹ ਸ਼ਹੀਦ ਹੋਇਆ ਸੀ। ਸੋ ਹੁਣ ਜੋ ਆਪਾਂ ਲੜੀਵਾਰ ਇਤਿਹਾਸ ਵਿਚਾਰ ਰਹੇ ਹਾਂ, ਅੱਲਾ ਯਾਰ ਖਾਨ ਦਾ ਲਿਖਿਆ ਉਹ ਵਿਚਾਰਾਂ ਆਪਾਂ ਸਰਵਣ ਕਰਦੇ ਹਾਂ। ਭਾਈ ਅੱਲਾ ਯਾਰ ਖਾਨ ਜੀ ਲਿਖਦੇ ਹਨ ਜੀ, ਆਤੇ ਥੇ ਸਿਰ ਸਾਹਮਣੇ ਗਰਦਨ ਕੋ ਡਾਲ ਕੇ। ਜਿਸ ਵਕਤ ਗੰਗੂ ਬ੍ਰਾਹਮਣ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਮਿਲਦਾ ਹੈ, ਉਸ ਵਕਤ ਮਾਤਾ ਜੀ ਦੇ ਅੰਦਰ ਜਿਹੜਾ ਖਿਆਲ ਚੱਲ ਰਿਹਾ ਹੈ ਉਹ ਖਿਆਲ ਦਰਜ ਕੀਤਾ ਹੈ। ਕੱਲ ਬੱਚਿਆਂ ਦੀ, ਸਾਹਿਬਜ਼ਾਦਿਆਂ ਦੀ ਗੁਫ਼ਤਗੂ ਸੀ, ਆਪਸ ਵਿੱਚ ਗੱਲਬਾਤ ਕੀਤੀ ਹੋਈ ਸੀ, ਤੇ ਹੁਣ ਮਾਤਾ ਗੁਜਰ ਕੌਰ ਦੇ ਅੰਦਰ ਖਿਆਲ ਚੱਲਦਾ ਹੈ। ਇੱਥੇ ਕਵੀ ਰਾਜ ਨੇ ਇੱਕ ਪੈਰਾ ਆਪਣਾ ਖਿਆਲ ਦਰਜ ਕੀਤਾ, ਕਹਿੰਦਾ ਹੈਗੇ ਨੇ ਸ਼ੇਰ, ਪਰ ਅੱਜ ਜਿਹੜੇ ਇਹ ਸਮਾਂ ਹੈ ਉਹ ਸਮੇਂ ਨੇ ਇਹਨਾਂ ਸ਼ੇਰਾਂ ਨੂੰ ਨਿਢਾਲ ਕਰ ਦਿੱਤਾ ਹੈ ਜੀ। ਤਕਦੇ ਹਿਰਨ ਪਿਆਦ ਹੈ ਆਕੇ ਨਿਕਾਲ ਕੇ। ਤੱਕਦੇ ਦਾ ਅਰਥ ਹੁੰਦਾ ਵੇਖਣਾ। ਹਿਰਨ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਨੇ, ਜਦੋਂ ਸ਼ੇਰ ਨਢਾਲ ਹੋ ਜਾਵੇ ਤੇ ਫਿਰ ਜਿਹੜੇ ਹਿਰਨ ਹੁੰਦੇ ਨੇ ਨਾ, ਉਹ ਅੱਖਾਂ ਕੱਢ ਕੇ ਸ਼ੇਰ ਦੇ ਵੱਲ ਵੇਖਦੇ ਹਨ। ਨੈ ਰੰਗ ਹੈ ਤਮਾਮ ਜ਼ਮਾਨੇ ਕੀ ਚਾਲ ਕੇ। ਇਹ ਜਿਹੜਾ ਹੁਣ ਸਮਾਂ ਗੁਜ਼ਰ ਰਿਹਾ, ਜਿਹੜਾ ਜ਼ਮਾਨਾ ਹੈ, ਇਹਦੀ ਜਿਹੜੀ ਹੁਣ ਅੱਜ ਦੀ ਘੜੀ ਚਾਲ ਬਣੀ ਹੈ ਨਾ, ਇਹ ਬੜੀ ਨਵੇਂ ਰੰਗ ਦੀ ਏ।
ਇਹ ਨਵੇਂ ਛਲ ਦੇ ਨਾਲ ਅੱਜ ਪੇਸ਼ ਹੋ ਰਹੀ ਹੈ ਜੀ। तेवर है बन में बदले होए हर सकाल के। ਸਗਾਲ ਕਹਿੰਦੇ ਨੇ ਗਿੱਦੜ ਨੂੰ, ਜਦੋਂ ਸ਼ੇਰ ਨਿਢਾਲ ਹੋ ਜਾਵੇ ਤੇ ਫਿਰ ਗਿੱਦੜ ਨੇ ਜਿਹੜੇ ਇਹ ਵੀ ਟਪੂਸੀਆਂ ਮਾਰਨ ਲੱਗ ਜਾਂਦੇ ਨੇ। ਤੇਵਰ ਹੈ ਬਨ ਮੇ ਬਦਲੇ, ਅੱਜ ਜਿਹੜੇ ਗਿੱਦੜ ਨੇ ਉਹਨਾਂ ਦੇ ਵੀ ਜਿਹੜੇ ਆਪਣੇ ਤੇਵਰ ਨੇ ਉਹ ਬਦਲ ਗਏ ਹਨ। दरपेश अन करीब कोई इम्तिहान है। ਤੇ ਹੁਣ ਅੱਗੇ ਜਿਹੜਾ ਖਿਆਲ ਹੈ ਉਹ ਇਸ ਤਰ੍ਹਾਂ ਪੇਸ਼ ਕਰਦੇ ਨੇ। ਦਰ ਪੇਸ਼ ਦਾ ਅਰਥ ਹੁੰਦਾ ਹੈ ਸਾਹਮਣੇ, ਅਨ ਕਰੀਬ ਬਿਲਕੁਲ ਸਾਹਮਣੇ ਤੇ ਨੇੜੇ ਕੋਈ ਇਮਤਿਹਾਨ ਹੈ। ਇਹ ਜੋ ਮਾਤਾ ਗੁਜਰ ਕੌਰ ਜੀ ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਲੈ ਕੇ ਜਾ ਰਹੇ ਨੇ, ਇੱਥੇ ਅੱਗੇ ਸਾਹਮਣੇ ਥੋੜੇ ਸਮੇਂ ਦੇ ਵਿੱਚ ਇੱਕ ਇਹਨਾਂ ਦਾ ਇਮਤਿਹਾਨ ਹੋਣ ਵਾਲਾ ਹੈ ਜੀ। अरे में दिख रही मुझे बच्चों की जान है। ਮਾਤਾ ਗੁਜਰ ਕੌਰ ਕਹਿੰਦੀ ਹੈ ਮੈਨੂੰ ਇਸ ਤਰ੍ਹਾਂ ਅਨੁਭਵ ਹੋ ਰਿਹਾ ਹੈ ਵੀ ਇਹ ਛੋਟੇ ਸਾਹਿਬਜ਼ਾਦੇ ਨੇ ਜਿਹੜੇ, ਇਹਨਾਂ ਦੀ ਜਾਨ ਤੇ ਵੀ ਭੀੜ ਬਣਨ ਵਾਲੀ ਹੈ। पूरा जरूर होगा इरादा हजूर का। ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਇਰਾਦਾ ਹੈ ਉਹ ਇਹ ਜ਼ਰੂਰ ਪੂਰਾ ਹੋਵੇਗਾ ਜੀ। करता पुरख का वाहिगुरु का गुरु का। ਕਰਤਾ ਪੁਰਖ ਆਖਦੇ ਨੇ ਰਚਨਾ ਕਰਨ ਵਾਲਾ ਪਰਿਪੂਰਨ ਪਰਮਾਤਮਾ, ਪੂਰਨ ਰੂਪ ਦੇ ਵਿੱਚ ਜਿਸ ਨੇ ਰਚਨਾ ਕੀਤੀ ਹੈ ਤੇ ਪੂਰਨ ਰੂਪ ਦੇ ਵਿੱਚ ਆਪਣੀ ਕੀਤੀ ਹੋਈ ਰਚਨਾ ਦੀ ਰੱਖਿਆ ਕਰਦਾ ਹੈ। ਪੁਰਖ ਦੇ ਅਰਥ ਦੋ ਹੁੰਦੇ ਨੇ, ਇੱਕ ਹੁੰਦਾ ਵਿਆਪਕ ਤੇ ਦੂਜਾ ਹੁੰਦਾ ਪੂਰਨ ਰੂਪ ਦੇ ਵਿੱਚ ਰੱਖਿਆ ਕਰਨ ਵਾਲਾ। ਜਦੋਂ ਸ਼ਬਦ ਕਰਤਾ ਨਾਲ ਆ ਜੇ, ਕਰਤਾ ਪੁਰਖ ਕਾ, ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਹਦੀ ਪਰਿਪੂਰਨ ਰੂਪ ਦੇ ਵਿੱਚ ਰੱਖਿਆ ਵੀ ਕਰਦਾ ਤੇ ਉਹਦੇ ਵਿੱਚ ਵਿਆਪਕ ਹੀ ਹੈ ਵਾਹਿਗੁਰੂ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਗੁਰਮੰਤਰ ਹੈ, ਜੋ ਧੰਨ ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖਾਂ ਨੂੰ ਦਿੱਤਾ ਹੈ। ਕਬੂਰ ਕਾ, ਕਬੂਰ ਦਾ ਅਰਥ ਹੁੰਦਾ ਬਖਸ਼ਣਹਾਰ। ਉਹ ਅਕਾਲ ਪੁਰਖ ਵਾਹਿਗੁਰੂ ਬਖਸ਼ਣਹਾਰ ਹੈ ਤੇ ਉਹਦੇ ਅੰਦਰ ਦਾ ਜਿਹੜਾ ਉਹਨੇ ਨਿਯਮ ਬਣਾਇਆ ਹੈ ਉਹ ਹੁਣ ਜ਼ਰੂਰ ਪੂਰਾ ਹੋਵੇਗਾ ਜੀ। है सख्त इम्तिहान यह किसी बेकसूर का। ਸਾਹਿਬਜ਼ਾਦੇ ਬਿਲਕੁਲ ਬੇਕਸੂਰ ਸਨ, ਇਹਨਾਂ ਨੇ ਕੋਈ ਕਸੂਰ ਨਹੀਂ ਸੀ ਕੀਤਾ, ਨਾ ਇਹ ਅਜੇ ਤੱਕ ਮੈਦਾਨੇ ਜੰਗ ਦੇ ਵਿੱਚ ਆਏ ਸਨ, ਕਿਉਂਕਿ ਇਹਨਾਂ ਦੀ ਆਜੂ ਬੜੀ ਛੋਟੀ ਸੀ, ਬੜੀ ਛੋਟੀ ਉਮਰ ਦੇ ਸਨ, ਬੇਕਸੂਰ ਸਨ। ਪਰ ਬੇਕਸੂਰ ਨੂੰ ਹੀ ਅੱਜ ਇੱਕ ਇਸ ਤਰ੍ਹਾਂ ਦਾ ਇਮਤਿਹਾਨ ਜਿਹੜਾ ਨਾ ਉਹ ਦੇਣਾ ਪੈ ਰਿਹਾ ਹੈ, ਜਿਹੜਾ ਬੜਾ ਸਖਤੀ ਦੇ ਨਾਲ ਨਿਭਣ ਵਾਲਾ ਹੈ ਜੀ। हाफिज तो आप ही हैं दिल ना सबूर का। ਹਾਫਿਜ਼ ਦਾ ਅਰਥ ਹੁੰਦਾ ਹੈ ਮਿਹਰ ਕਰਨ ਵਾਲਾ, ਰੱਖਿਆ ਕਰਨ ਵਾਲਾ, ਬਖਸ਼ਣ ਵਾਲਾ। ਹਾਫਿਜ਼ ਤੋਂ ਆਪ ਹੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਇਹ ਇਮਤਿਹਾਨ ਪਾਉਣ ਵਾਲਾ ਹੈ ਤੇ ਫਿਰ ਆਪ ਹੀ ਕਿਰਪਾ ਕਰਦਾ ਹੈ, ਇਮਤਿਹਾਨ ਪਾ ਕੇ ਇਹਦੇ ਵਿੱਚੋਂ ਪਾਸ ਵੀ ਆਪ ਹੀ ਕਰਾਉਣ ਵਾਲਾ ਹੈ, ਭਾਵ ਰੱਖਿਆ ਵੀ ਆਪ ਕਰਦਾ ਹੈ। ਨਾਸਬੂਰ ਕਹਿੰਦੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਦਾ ਖੁਸ਼ ਰਹਿੰਦਾ ਹੈ, ਉਹ ਆਪਣੇ ਪਾਏ ਹੋਏ ਇਮਤਿਹਾਨ ਤੇ ਵੀ ਖੁਸ਼ ਰਹਿੰਦਾ ਤੇ ਭਾਣਾ ਮਨਾ ਕੇ ਫਿਰ ਉਸ ਇਮਤਿਹਾਨ ਦੇ ਵਿੱਚੋਂ ਪਾਸ ਕਰਕੇ ਵੀ ਉਹ ਵਾਹਿਗੁਰੂ ਖੁਸ਼ ਰਹਿੰਦਾ ਹੈ ਜੀ। प्यारे पति को भर ली है मैं हूँ कटा चुकी। ਅੱਗੇ ਮਾਤਾ ਗੁਜਰ ਕੌਰ ਜੀ ਕਹਿੰਦੇ ਨੇ ਪਿਆਰੇ ਪਤੀ ਕੋ ਪਹਿਲੇ ਹੀ ਮੈਂ ਹੂੰ ਕਟਾ ਚੁੱਕੀ। ਮੈਂ ਆਪਣੇ ਪਤੀ ਭਾਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੋਧੀ ਤੇ ਧੋਤੀ ਜੰਜੂ ਦੀ ਰੱਖਿਆ ਕਰਨ ਦੇ ਲਈ ਦਿੱਲੀ ਦੇ ਵਿੱਚ ਆਪਣਾ ਸੀਸ ਕਟਵਾਇਆ ਸੀ। कुदरत तेरी है सब मेरा आजमा चुकी। हे ਵਾਹਿਗੁਰੂ ਤੇਰੀ ਕੁਦਰਤ ਤੇ ਜਿਹੜੀ ਮਾਤਾ ਗੁਜਰ ਕੌਰ ਜੀ ਕਹਿੰਦੇ ਨੇ ਮੇਰਾ ਜਿਹੜਾ ਸਬਰ ਹੈ ਉਹਨੂੰ ਅਜਮਾ ਲਿਆ ਉਸਨੇ, ਮੈਂ ਆਪਣੇ ਸਬਰ ਤੋਂ ਨਹੀਂ ਡੋਲੀ ਹਾਂ ਜੀ। लेकिन यह दो समर है मेरे नौ निहाल के। ਪਰ ਇੱਥੇ ਇਹ ਜਿਹੜੇ ਦੋ ਫਲ ਨੇ, ਸਮਰ ਦਾ ਅਰਥ ਹੁੰਦਾ ਫਲ, ਇਹ ਜਿਹੜੇ ਦੋ ਫਲ ਨੇ ਨਾ ਇਹ ਮੇਰੇ ਨਹੀਂ, ਮੇਰੇ ਨੌ ਨਿਹਾਲ ਤੋਂ ਭਾਵ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਪੁੱਤਰ ਸਾਹਿਬਜ਼ਾਦੇ, ਉਹਨਾਂ ਦੇ ਇਹ ਦੋ ਫਲ ਨੇ, ਉਹਨਾਂ ਦੇ ਇਹ ਪਰਿੰਦੇ ਹਨ ਜੀ। बेटे हैं दोनों सरवर फौज अकाल के। ਸਰਵਰ ਫੌਜ ਅਕਾਲ ਦਾ ਅਰਥ ਹੁੰਦਾ ਅਕਾਲੀ ਫੌਜ ਦਾ ਸਰਦਾਰ ਸ੍ਰੀ ਗੁਰੂ ਗੋਬਿੰਦ ਸਿੰਘ, ਉਹਨਾਂ ਦੇ ਇਹ ਸਾਹਿਬਜ਼ਾਦੇ ਹਨ। रख कर उन्हें कलेजे में आंखों में डाल के। ਤੇ ਇਹਨਾਂ ਨੂੰ ਮੈਂ ਆਪਣੇ ਕਲੇਜੇ ਦੇ ਵਿੱਚ ਰੱਖਾਂਗੀ, ਅੱਖਾਂ ਦੇ ਵਿੱਚ ਦੀ ਪਾ ਕਰਕੇ ਜੀ। बेटे की लेके जाऊं अमानत संभाल के। ਇਹ ਖਿਆਲ ਅੰਦਰ ਚੱਲਦੇ ਨੇ ਵੀ ਕਿਸੇ ਵੀ ਤਰੀਕੇ ਦੇ ਨਾਲ ਮੈਂ ਸ੍ਰੀ ਗੁਰੂ
ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹ ਅਮਾਨਤ ਹੈ, ਮੇਰੇ ਪੁੱਤਰ ਦੀ ਜਿਹੜੀ ਇਹ ਅਮਾਨਤ ਹੈ, ਇਹਨੂੰ ਮੈਂ ਸੰਭਾਲ ਕੇ ਰੱਖ ਕੇ ਲੈ ਜਾਵਾਂ ਜੀ। बेटे का माल है यह बहू की कमाई है। ਮੇਰੇ ਪੁੱਤਰ ਦਾ ਇਹ ਮਾਲ ਹੈ, ਉਨ ਤੇ ਜਿਹੜੀ ਇਹ ਕਮਾਈ ਕੀਤੀ ਹੈ ਇਹ ਮੇਰੀ ਨੂੰਹ ਦੀ ਹੈ। ਮੇਰੇ ਪੁੱਤਰ ਦਾ ਇਹ ਮਾਲ ਹੈ, ਭਾਵ ਉਹਨਾਂ ਦੇ ਇਹ ਸਾਹਿਬਜ਼ਾਦੇ ਨੇ ਤੇ ਇਹਨਾਂ ਨੂੰ ਜਨਮ ਦੇਣ ਵਾਲੇ ਮਾਤਾ ਜੀ ਹਨ ਜੀ। है मेरी लाख फिर भी यह दौलत बराई है। ਇਹ ਮੇਰੀ ਖਾਨਦਾਨੀ ਦੇ ਵਿੱਚ ਹੋਣ ਕਰਕੇ ਇਹ ਲੱਖ ਮੇਰੀ ਹੈ, ਮੇਰੇ ਪੋਤਰੇ ਨੇ, ਪਰ ਇਸ ਵਕਤ ਇਹ ਅਮਾਨਤ ਹੈ ਜਿਹੜੀ ਇਹ ਪੋਤਰੇ ਹੋਣ ਦੇ ਕਾਰਨ ਮੇਰੇ ਪੁੱਤਰ ਦੀ ਹੈ ਤੇ ਮੇਰੇ ਲਈ ਪਰਾਈ ਹੈ ਜੀ। मंजूर इस घड़ी ते जो तुझे इम्तिहान है। ਮਨਜ਼ੂਰ ਦਾ ਅਰਥ ਹੈ ਵੈਗਰੂ ਜਿਹੜਾ ਤੈਨੂੰ ਚੰਗਾ ਲੱਗੇ, ਜਿਸ ਨੂੰ ਤੂੰ ਮਨਜ਼ੂਰ ਕਰਕੇ ਤੇ ਸਾਡੇ ਤੇ ਖੁਸ਼ੀ ਦੀ ਦਾਤ ਬਖਸ਼ੇ। ਅਸੀਂ ਉਸ ਇਮਤਿਹਾਨ ਦੇ ਵਿੱਚੋਂ ਇਸ ਘੜੀ ਦੇ ਵਿੱਚ ਇਸ ਘੜੀ ਦੇ ਸਮੇਂ ਗੁਜ਼ਰਨ ਦੇ ਲਈ ਤਿਆਰ ਹਾਂ ਜੀ। हसर बजाए पोते के दादी की जान है। ਪਰ ਇੱਕ ਫਰਿਆਦ ਹੈ, ਮੇਰੇ ਪੋਤਰਿਆਂ ਦੀ ਥਾਂ ਤੇ ਮੈਂ ਇਹਨਾਂ ਦੀ ਦਾਦੀਆਂ ਤੇ ਮੇਰੀ ਜਾਨ ਹੈ ਜਿਹੜੀ ਉਹ ਹਾਜ਼ਰ ਹੈ। मुँह सुरखरू बहू से यही दिल रहे ध्यान है। ਮੇਰੇ ਦਿਲ ਦੇ ਵਿੱਚ ਇੱਕੋ ਹੀ ਧਿਆਨ ਚੱਲ ਰਹਿੰਦਾ ਹੈ ਕਿ ਮੈਂ ਆਪਣੇ ਇਹਨਾਂ ਬੱਚਿਆਂ ਤੋਂ ਸੁਰਖਰੂ ਰਵਾਂ, ਭਾਵ ਇਹ ਬੱਚੇ ਨੇ ਮੇਰੇ ਜਿਹੜੇ ਇਹ ਸੁਰਖਰੂ ਰਹਿਣ ਤੇ ਮੇਰੀ ਜਾਨ ਜੇ ਇਹਨਾਂ ਦੇ ਬਦਲੇ ਚਲੀ ਜਾਵੇ ਤੇ ਮੈਨੂੰ ਉਸ ਦੀ ਕੋਈ ਪਰਵਾਹ ਨਹੀਂ ਹੈ। भीखा ना इनका बाल से यही दिल में ध्यान है। ਇਹਨਾਂ ਦਾ ਕਿਸੇ ਤਰ੍ਹਾਂ ਕਰਕੇ ਵੀ ਵਾਲ ਵੀ ਨਾ ਵਿੰਗਾ ਹੋਵੇ, ਮੇਰੇ ਅੰਦਰ ਇਹੀ ਧਿਆਨ ਚੱਲ ਰਿਹਾ ਹੈ ਜੀ। भीखा ना इनका बाल हो डर यह हर आन है। ਤੇ ਇਸ ਸਮੇਂ ਮੈਨੂੰ ਇਹੀ ਡਰ ਬਣਿਆ ਹੋਇਆ ਹੈ ਵੀ ਕਿਤੇ ਇਹਨਾਂ ਦਾ ਵਾਲ ਵਿੰਗਾ ਨਾ ਹੋ ਜਾਵੇ, ਭਾਵ ਇਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚ ਜਾਵੇ। न जवाब दूंगी मैं क्या इनके बाप को। ਤੇ ਜੇ ਇਹਨਾਂ ਦਾ ਵਾਲ ਵਿੰਗਾ ਹੋ ਗਿਆ ਤੇ ਫਿਰ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਜਾ ਕੇ ਜਵਾਬ ਦੇਣਾ ਕਰਾਂਗੀ। सदके करूं मैं इनके सरों पर से आपको। ਮੈਂ ਇਹਨਾਂ ਦੇ ਸਿਰਾਂ ਤੋਂ ਆਪਣੇ ਆਪ ਨੂੰ ਸਦਕੇ ਕਰ ਸਕਦੀ ਹਾਂ, ਮੈਂ ਇਹਨਾਂ ਦੀ ਜਾਨ ਬਚਾਉਣ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਸਕਦੀ ਹਾਂ, ਪਰ ਜੇ ਇਹਨਾਂ ਨੂੰ ਕੁਝ ਹੋ ਗਿਆ, ਇਹਨਾਂ ਦਾ ਵਾਲ ਵਿੰਗਾ ਹੋ ਗਿਆ ਤੇ ਫਿਰ ਮੈਂ ਜਵਾਬ ਨਹੀਂ ਦੇ ਸਕਾਂਗੀ। रसोइये ने जो देखा जह इतजराब। ਜਦੋਂ ਗੰਗੂ ਰਸੋਈਏ ਨੇ ਇਹ ਵੇਖਣਾ ਕੀਤਾ ਕਿ ਮਾਤਾ ਜੀ ਬੜੇ ਪਰੇਸ਼ਾਨ ਨੇ, ਜਦੋਂ ਅੰਦਰ ਕੁਝ ਦੁੱਖ ਵਾਲੀ ਵਿਚਾਰ ਚੱਲ ਰਹੀ ਹੋਵੇ, ਅੰਦਰ ਕੁਝ ਗੁਜ਼ਰ ਰਿਹਾ ਹੋਵੇ, ਅੰਦਰ ਕੋਈ ਗਮ ਬਣਿਆ ਹੋਵੇ ਤੇ ਚਿਹਰਾ ਜਿਹੜਾ ਫਿਰ ਉਹਦੇ ਤੇ ਪਰੇਸ਼ਾਨੀ ਆ ਜਾਂਦੀ ਏ। ਗੰਗੂ ਨੇ ਜਦੋਂ ਮਾਤਾ ਗੁਜਰ ਕੌਰ ਦਾ ਚਿਹਰਾ ਵੇਖਿਆ ਵੀ ਮਾਤਾ ਗੁਜਰ ਕੌਰ ਨੇ ਜਿਹੜੇ ਇਹ ਕਿਸੇ ਪਰੇਸ਼ਾਨੀ ਦੇ ਵਿੱਚ ਲੱਗ ਰਹੇ ਹਨ। माता से सतगुरु की क्या इसने यह खिताब। ਮਾਤਾ ਸੇ ਸਤਿਗੁਰੂ ਕੀ, ਸੱਚੇ ਸਤਿਗੁਰੂ ਦੀ ਜੋ ਮਾਤਾ ਸੀ, ਮਾਤਾ ਗੁਜਰ ਕੌਰ ਸੀ, ਉਹਦੇ ਨਾਲ ਫਿਰ ਇਹਨੇ ਇਹ ਖਿਤਾਬ ਕੀਤਾ। ਖਿਤਾਬ ਦਾ ਅਰਥ ਹੁੰਦਾ ਸੰਬੋਧਿਤ ਕਰਨਾ। ਹੁਣ ਗੰਗੂ ਨੇ ਮਨ ਦੇ ਵਿੱਚ ਵਿਚਾਰ ਬਣਾਈਏ ਕਿ ਮਾਤਾ ਗੁਜਰ ਕੌਰ ਜਿਹੜੇ ਨੇ ਇਹ ਕਿਸੇ ਪਰੇਸ਼ਾਨੀ ਦੀ ਹਾਲਤ ਦੇ ਵਿੱਚ ਨੇ, ਅੰਦਰ ਇਹਨਾਂ ਦਾ ਕੋਈ ਵਿਚਾਰਾਂ ਦੇ ਵਿੱਚ ਡੁੱਬਿਆ ਹੋਇਆ ਹੈ ਤੇ ਉਹਨੇ ਸੰਬੋਧਿਤ ਕਰਦਿਆਂ ਇੱਕ ਹੌਸਲਾ ਦਲੇਰੀ ਦਿੰਦੇ ਹੋਇਆ ਇਹ ਗੱਲ ਆਖੀ ਕਿ ਆ ਮਾਤਾ ਜੀ ਨਾਲ ਹੀ ਸਾਡਾ ਪਿੰਡ ਹੈ। ਸੰਬੋਧਨ ਕਰਨਾ ਕਿਤਾਬ ਦਾ ਅਰਥ ਹੁੰਦਾ ਸੰਬੋਧਿਤ ਕਰਨਾ, ਦੱਸਣਾ। ਗੰਗੂ ਮਾਤਾ ਜੀ ਨੂੰ ਪਰੇਸ਼ਾਨੀ ਦੀ ਹਾਲਤ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਕੁਝ ਬੋਲਦੇ ਨੇ, ਵਿਚਾਰਾਂ ਕਰਦੇ ਨੇ ਤੇ ਇਸ ਤਰ੍ਹਾਂ ਸੰਬੋਧਿਤ ਕਰਦੇ ਹਨ ਜੀ। गाँव मेरा करीब है चलिए वहाँ जनाब। ਮੇਰਾ ਪਿੰਡ ਇੱਥੇ ਨਾਲ ਹੀ ਹੈ ਮਾਤਾ ਜੀ, ਪਰੇਸ਼ਾਨ ਨਾ ਹੋ, ਮੈਂ ਤੁਹਾਨੂੰ ਆਪਣੇ ਪਿੰਡ ਲੈ ਕੇ ਜਾ ਰਿਹਾ ਤੇ ਤੁਸੀਂ ਉੱਥੇ ਪਹੁੰਚਣਾ ਕਰੋ। आगे उठा के आइए पीछे मेरे सिताब। ਸ਼ਤਾਬ ਦਾ ਅਰਥ ਹੁੰਦਾ ਛੇਤੀ ਤੇ ਬਾਗੇ ਉਠਾ ਕੇ ਆਈਏ ਦਾ ਅਰਥ ਹੁੰਦਾ ਕਾਹਲੀ ਦੇ ਨਾਲ। ਗੰਗੂ ਕਹਿੰਦਾ ਤੁਸੀਂ ਥੋੜਾ ਜਿਹਾ ਛੇਤੀ ਕਾਹਲੀ ਦੇ ਨਾਲ ਮੇਰੇ ਮਗਰ ਮਗਰ ਤੁਰੇ ਆਵੋ ਜੀ। खेड़ी में जा बिराजे जह अलकिसा शाम को। ਅਲ ਕਿਸ਼ਾ ਦਾ ਅਰਥ ਹੁੰਦਾ ਮੈਂ ਗੱਲ ਮੁਕਾਵਾਂ, ਗੱਲ ਨੂੰ ਲਮਕਾਵਾਂ ਨਾ। ਅਲ ਕਿਸਾ ਅਸਲ ਗੱਲ ਇਹ ਹੈ ਮੈਂ ਗੱਲ ਨੂੰ ਲਮਕਾਵਾਂ ਨਾ।
ਕਿ ਖੇੜੀ ਪਿੰਡ ਦੇ ਵਿੱਚ ਇਸ ਤਰ੍ਹਾਂ ਆਪਸ ਦੇ ਵਿੱਚ ਗੁਫ਼ਤਗੂ ਗੱਲਾਂ ਬਾਤਾਂ ਵਿਚਾਰਾਂ ਕਰਦਿਆਂ ਪਹੁੰਚ ਗਏ ਹਨ ਜੀ। ਉਠਾ ਬ੍ਰਹਮਣ ਲੈ ਦਿਆ ਇੱਕ ਕਿਆਮ ਕੋ। ਤੇ ਇਹ ਬ੍ਰਾਹਮਣ ਸੀ, ਇਹਨੇ ਇੱਕ ਵਸੇਬੇ ਦੇ ਵਾਸਤੇ, ਕਿਆਮ ਦਾ ਅਰਥ ਹੁੰਦਾ ਰਾਤ ਗੁਜ਼ਾਰਨ ਦੇ ਲਈ, ਵਸਣ ਦੇ ਲਈ, ਰਹਿਣ ਵਾਸਤੇ। ਇਸ ਨੇ ਰਾਤ ਰਹਿਣ ਦੇ ਲਈ ਇੱਕ ਆਪਣਾ ਕੋਠਾ ਦੇ ਦਿੱਤਾ। ਇਹ ਹੁਣ 8 ਪੋਹ ਦੀ ਰਾਤ ਹੈ ਜਿਹੜੀ ਇਹ ਸ਼ੁਰੂ ਹੋ ਗਈ ਹੈ। ਮੈਂ ਪਹਿਲੂ ਦੱਸ ਚੁੱਕਿਆ, ਇੱਕ ਵਾਰੀ ਫਿਰ ਥੋੜਾ ਜਿਹਾ ਆਪ ਜੀ ਦੀ ਯਾਦ ਵਾਸਤੇ, ਕਿਉਂਕਿ ਮੈਂ ਪਿੱਛੇ ਰਹਿ ਗਿਆ। ਜਿਵੇਂ ਦਿਨ ਵਾਰ ਇਤਿਹਾਸ ਲਿਖਿਆ ਗਿਆ ਉਵੇਂ ਦਿਨ ਵਾਰ ਮੇਰੇ ਤੋਂ ਨਾਲ ਨਹੀਂ ਰਲਿਆ ਗਿਆ। ਥੋੜਾ ਇਤਿਹਾਸ ਪਿੱਛੇ ਤੇ ਤਰੀਕਾਂ ਅੱਗੇ ਆ ਗਈਆਂ ਨੇ, ਇਸ ਕਰਕੇ ਮੈਨੂੰ ਦੱਸਣਾ ਪੈ ਰਿਹਾ ਹੈ। ਇਹ ਹੁਣ 8 ਪੋਹ ਦੀ ਰਾਤ ਹੈ। 8 ਪੋਹ ਦੀ ਰਾਤ ਨੂੰ ਗੰਗੂ ਦੇ ਘਰ ਮਾਤਾ ਗੁਜਰ ਕੌਰ ਜੀ ਦੋਵੇਂ ਸਾਹਿਬਜ਼ਾਦਿਆਂ ਦੇ ਨਾਲ ਇੱਕ ਮਕਾਨ ਦੇ ਵਿੱਚ ਬੈਠ ਗਏ ਹਨ। ਦਿਨ ਪਰ ਕੀ ਦੌੜ ਧੂਪ ਸੇ ਸਭ ਕੋ ਤਕਾਨ ਥਾ। ਸਾਰਾ ਦਿਨ ਭੱਜਾ ਨੱਠੀ ਸੀ, ਦੌੜ ਧੁੱਪ ਸੀ, ਭਾਵ ਲੰਮਾ ਸਫ਼ਰ ਸੀ ਤੇ ਲੰਮੇ ਸਫ਼ਰ ਦੇ ਥਕੇਵੇਂ ਦੇ ਵਿੱਚ ਸਾਰੇ ਦੇ ਸਾਰੇ ਨੇ ਜਿਹੜੇ ਇਹ ਥਕੇਵੇਂ ਕਰਕੇ ਨਾ ਤੇ ਥੱਕੇ ਟੁੱਟੇ ਜੇ ਲੱਗ ਰਹੇ ਹਨ। ਮਹਿਫੂਜ਼ ਹਰ ਤਰ੍ਹਾਂ ਸੇ ਬਜ਼ਾਹਿਰ ਮਕਾਨ ਥਾ। ਲੰਮਾ ਸਫ਼ਰ ਸੀ, ਲੰਮੇ ਸਫ਼ਰ ਦੇ ਵਿੱਚ ਥਕਾਨ ਹੋ ਗਈ, ਵਿਛੋੜੇ ਦਾ ਦੁੱਖ ਹੋ ਗਿਆ। ਇਸ ਕਰਕੇ ਜਦੋਂ ਮਕਾਨ ਮਿਲਿਆ, ਵੇਖਿਆ, ਮਹਿਫੂਜ਼ ਦਾ ਅਰਥ ਹੁੰਦਾ ਜਿਹੜਾ ਸੁਰੱਖਿਅਤ ਹੋਵੇ। ਮਾਤਾ ਜੀ ਨੇ ਵੇਖਿਆ ਵੀ ਇਹ ਮਕਾਨ ਨੇ ਜਿਹੜਾ, ਇੱਥੇ ਅਸੀਂ ਸੁਰੱਖਿਅਤ ਹਾਂ ਤੇ ਇੱਥੇ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ। ਬਜ਼ਾਹਿਰ ਮਕਾਨ ਥਾ, ਬਜ਼ਾਹਿਰ ਦਾ ਅਰਥ ਹੁੰਦਾ ਹੈ ਦੇਖਣ ਦੇ ਵਿੱਚ। ਇਹ ਮਕਾਨ ਸੀ ਜਿਹੜਾ ਵੇਖਣ ਦੇ ਵਿੱਚ ਇਸ ਤਰ੍ਹਾਂ ਲੱਗਦਾ ਸੀ ਵੀ ਇੱਥੋਂ ਕੋਈ ਬਾਹਰੋਂ ਬੰਦਾ ਅੰਦਰ ਨਹੀਂ ਆ ਸਕਦਾ ਤੇ ਇੱਥੇ ਅਸੀਂ ਬਿਲਕੁਲ ਸੁਰੱਖਿਅਤ ਹਾਂ ਜੀ। ਹਰਸੋ ਜਿਸੇ ਖਿਲਾ ਥਾ ਵੋ ਮੇਜ਼ਬਾਨ ਥਾ। ਮੇਜ਼ਬਾਨ ਦਾ ਅਰਥ ਹੁੰਦਾ ਸੇਵਾ ਕਰਨ ਵਾਲਾ, ਸੰਭਾਲਣ ਵਾਲਾ। ਹੁਣ ਮਾਤਾ ਗੁਜਰ ਕੌਰ ਜੀ ਦੇ ਅੰਦਰ ਇਹ ਖਿਆਲ ਆਇਆ ਵੀ ਮਕਾਨ ਵੀ ਬੜਾ ਸੁਰੱਖਿਅਤ ਤੇ ਇੱਥੇ ਬਾਹਰੋਂ ਕੋਈ ਆ ਨਹੀਂ ਸਕਦਾ ਹੈਗਾ। ਲੋਕ ਜੀ ਦੇ ਵਿੱਚ ਮਕਾਨ ਬਣਿਆ ਹੋਇਆ ਹੈ ਤੇ ਦੂਸਰਾ ਅੱਜ ਅਸੀਂ ਉਸ ਦੇ ਘਰ ਆ ਗਏ ਆ ਜਿਨੇ ਅੱਜ ਤੱਕ ਸਾਡੇ ਘਰ ਦਾ ਹੀ ਖਾਦਾ ਹੈ ਜੀ। ਖਤਰੇ ਕਾ ਇਸ ਵਜ੍ਹਾ ਨਹੀਂ ਵਹਿਮੋ ਗੁਬਾਨ ਥਾ। ਖਤਰੇ ਕਾ ਇਸ ਵਜ੍ਹਾ ਨਹੀਂ, ਇਸ ਕਰਕੇ ਇਸ ਥਾਂ ਤੇ ਕੋਈ ਖਤਰੇ ਦੀ ਵਜ੍ਹਾ ਹੀ ਨਹੀਂ ਬਣ ਸਕਦੀ ਵੀ ਇੱਥੇ ਕਿਸੇ ਪਾਸੋਂ ਕਿਸੇ ਚੋਰ ਚਕੇਰੇ ਦਾ ਜਾਂ ਕਿਸੇ ਹੋਰ ਦਾ ਖਤਰਾ ਹੋਵੇ। ਖਤਰਾ ਇੱਥੇ ਕੋਈ ਨਹੀਂ। ਵਹਿਮੇ ਗੁਮਾਨ ਥਾ। ਪਰ ਮਾਤਾ ਜੀ ਨੂੰ ਇਹ ਇੱਕ ਵਹਿਮ ਪੈ ਗਿਆ ਸੀ। ਮਾਤਾ ਜੀ ਦੇ ਅੰਦਰ ਇੱਕ ਵਹਿਮ ਆ ਗਿਆ ਵੀ ਅਸੀਂ ਇੱਥੇ ਖਤਰੇ ਨਹੀਂ, ਸਭ ਤੋਂ ਵੱਡਾ ਖਤਰਾ ਹੀ ਤਾਂ ਇੱਥੇ ਸੀ। ਇੱਥੋਂ ਹੀ ਤਾਂ ਸਾਰਾ ਅੱਗੇ ਦਾ ਜਿਹੜਾ ਇਤਿਹਾਸ ਮੋੜ ਖਾਏਗਾ ਜਿੰਦੇ ਨਾਲ ਬੱਚੇ ਸਾਹਿਬਜ਼ਾਦੇ ਸ਼ਹੀਦ ਹੋ ਜਾਣਗੇ। ਪਰ ਮਾਤਾ ਜੀ ਨੂੰ ਇਸ ਗੱਲ ਦਾ ਵਹਿਮ ਨਹੀਂ ਸੀ ਵੀ ਇਹ ਗੰਗੂ ਵੀ ਸਾਡੇ ਨਾਲ ਇਸ ਤਰ੍ਹਾਂ ਕਰ ਸਕੇਗਾ ਜੀ। ਨੌਕਰ ਕਾ ਕਰ ਸਮਝ ਕੇ ਵਾਹ ਬੇਫਿਕਰ ਹੋ ਗਏ। ਇਸ ਕਰਕੇ ਮਾਤਾ ਜੀ ਵਹਿਮ ਨਾ ਕੀਤਾ ਵੀ ਸਾਡੇ ਨੌਕਰ ਦਾ ਘਰ ਹੈ, ਨੌਕਰ ਦਾ ਘਰ ਸਮਝ ਕੇ ਤੇ ਬਿਨਾਂ ਬੇਫਿਕਰੀ ਦੇ ਨਾਲ ਮਾਤਾ ਜੀ ਇੱਥੇ ਆ ਗਏ ਹਨ। ਲਗ ਕਰ ਗਲੇ ਸੇ ਦਾਦੀ ਕੇ ਸਹਜਾਦੇ ਸੋ ਗਏ। ਤੇ ਥਕੇਵੇਂ ਕਰਕੇ ਨੀਂਦ ਵੀ ਬੜੀ ਜਲਦੀ ਆ ਗਈ। ਦੋਵੇਂ ਸਾਹਿਬਜ਼ਾਦੇ ਛੋਟੇ ਮਾਤਾ ਗੁਜਰ ਕੌਰ ਜੀ ਦੇ ਨਾਲ ਲੱਗ ਕੇ ਸੌਂ ਗਏ ਹਨ ਜੀ। ਮਾਤਾ ਕੇ ਸਾਥ ਡਬਾ ਥਾ ਇੱਕ ਜੇਵਰਾਤ ਕਾ। ਹੁਣ ਜੇ ਤਾਂ ਮਨ ਦੇ ਵਿੱਚ ਵਹਿਮ ਹੁੰਦਾ ਵੀ ਕਿਤੇ ਗੰਗੂ ਸਾਡੇ ਨਾਲ ਦਗਾ ਨਾ ਕਰ ਲੈ, ਫਿਰ ਤਾਂ ਲੁਕਾ ਕੇ ਰੱਖ ਦੇ। ਜਦੋਂ ਮਾਤਾ ਜੀ ਨੇ ਵੇਖਿਆ ਸੀ ਤੇ ਇੱਥੇ ਮਹਿਫੂਜ਼ ਹਾਂ, ਸਾਨੂੰ ਡਰ ਹੀ ਕੋਈ ਨਹੀਂ, ਇੱਥੇ ਖਤਰਾ ਹੀ ਕੋਈ ਨਹੀਂ। ਦੂਸਰਾ, ਇਹਨੇ ਅੱਜ ਤੱਕ ਸਾਡੇ ਘਰ ਦਾ ਖਾਦਾ ਹੈ, ਨਮਕ ਹਰਾਮੀ ਥੋੜਾ ਕਰੇਗਾ ਤੇ ਸਾਡੇ ਘਰ ਦਾ ਨੌਕਰ ਹੈ। ਇਸ ਕਰਕੇ ਮਾਤਾ ਜੀ ਨੇ ਨਾ ਕਿਸੇ ਗੱਲ ਦਾ ਪਰਦਾ ਨਹੀਂ ਰੱਖਿਆ। ਮਾਤਾ ਕੇ ਸਾਥ ਡੱਬਾ ਥਾ, ਇੱਕ ਡੱਬਾ ਸੀ ਜਿੰਦੇ ਵਿੱਚ ਮਾਤਾ ਸੁੰਦਰ ਕੌਰ ਤੇ ਮਾਤਾ ਜੀਤ ਕੌਰ ਦੇ ਗਹਿਣੇ ਸਨ ਜਾਂ ਹੋਰ ਗਹਿਣੇ ਗੱਟੇ ਸਨ। ਇੱਕ ਥੈਲੀ ਸੀ ਜਿੰਦੇ ਵਿੱਚ ਪੈਸੇ ਸਨ, ਮੋਹਰਾਂ ਸਨ। ਮਾਤਾ ਕੇ ਸਾਥ ਡੱਬਾ ਥਾ ਇੱਕ ਜੇਵਰਾਤ ਕਾ। ਜੇਵਰਾਤ ਕਹਿੰਦੇ ਨੇ ਗਹਿਣਿਆਂ ਨੂੰ। ਮਾਤਾ ਜੀ ਨੇ ਗਹਿਣਿਆਂ ਵਾਲਾ ਡੱਬਾ ਵੀ ਇੱਕ ਨਾਲ ਰੱਖਿਆ ਹੋਇਆ ਸੀ। ਲਲਚਾ ਜਿਸੇ ਥਾ ਦੇਖ ਕੇ ਜੀ ਬਦ ਸਿਫਾਤ ਦਾ। ਬਦ ਸਿਫਾਤ ਕਹਿੰਦੇ ਨੇ ਔਗਣੀ, ਜਿੰਦੇ ਵਿੱਚ ਔਗਣੀ ਔਗਣ ਹੋਣ। ਬਦ ਸਿਫਾਤ ਕਹਿੰਦੇ ਨੇ ਜਿੰਦੇ ਅੰਦਰ ਲਾਲਚ ਚੱਲ ਰਿਹਾ ਹੋਵੇ, ਲਾਲਚੀ ਮਨੁੱਖ। ਹੁਣ ਲਲਚਾ ਜਿਸੇ ਥਾ, ਹੁਣ ਇਹ ਜਿਹੜਾ ਗੰਗੂ ਹੈ, ਜਦੋਂ ਇਹਨੂੰ ਪਤਾ ਲੱਗਿਆ ਵੀ ਮਾਤਾ ਜੀ ਕੋਲ ਤਾਂ ਗਹਿਣਿਆਂ ਦਾ ਵੀ ਡੱਬਾ ਹੈ, ਕਿਉਂਕਿ ਇਹ ਗੁਰੂ ਘਰ ਦਾ ਰਸੋਈਆ ਸੀ ਤੇ ਜਿਹੜਾ ਗੁਰੂ ਘਰ ਦਾ ਰਸੋਈਆ ਹੁੰਦਾ ਆਪਣੇ ਘਰ ਦਾ ਨੌਕਰ ਹੁੰਦਾ, ਜਿਹਨੇ
ਰਸੋਈ 'ਚ ਕੰਮ ਕਰਨਾ ਤੇ ਉਹਨੂੰ ਘਰ ਦੀ ਜਾਇਦਾਦ ਦੌਲਤ ਦਾ ਵੀ ਪਤਾ ਹੁੰਦਾ, ਥੋੜਾ ਬਹੁਤ ਭੇਤ ਹੁੰਦਾ, ਵੇਖਿਆ ਹੁੰਦਾ ਉਹਨੇ। ਹੁਣ ਜਦੋਂ ਗੰਗੂ ਨੇ ਵੇਖਿਆ ਵੀ ਇਹ ਡੱਬਾ ਤਾਂ ਉਹੀ ਏ ਜਿਹੜੇ ਡੱਬੇ ਦੇ ਵਿੱਚ ਮਾਤਾ ਜੀ ਗਹਿਣੇ ਰੱਖਦੇ ਹੁੰਦੇ ਸਨ, ਤੇ ਇਹਦਾ ਮਨ ਜਿਹੜਾ ਉਹ ਲਾਲਚ ਵਾਲਾ ਹੋ ਗਿਆ। ਵੱਧ ਸਫਾਤ, ਇਹ ਔਗਣੀ ਹੈ, ਗੁਨਾਹਗਾਰ ਹੈ, ਲਾਲਚੀ ਹੈ, ਤੇ ਇਹਨੇ ਡੱਬਾ ਵੇਖ ਕੇ ਮਨ ਦੇ ਵਿੱਚ ਲਾਲਚ ਲੈ ਆਂਦਾ ਹੈ ਜੀ। कहते हैं जब के वक्त हुआ आधी रात का। ਲੋਕ ਆਖਦੇ ਨੇ, ਇਤਿਹਾਸਕਾਰ ਦੱਸਦੇ ਨੇ ਕਿ ਜਦੋਂ ਰਾਤ ਦਾ ਸਮਾਂ ਸੀ, ਅੱਧੀ ਕੁ ਰਾਤ ਗੁਜ਼ਰੀ ਹੈ ਜੀ। जी में क्या ना खौफ कुछ आका की मात का। ਆਕਾ ਸ਼ਬਦ ਮਾਲਕ ਵਾਸਤੇ ਹੁੰਦਾ ਹੈ ਤੇ ਮਾਤਾ ਸ਼ਬਦ ਮਾਤਾ ਗੁਜਰ ਕੌਰ ਵਾਸਤੇ ਹੈ। ਮਾਲਕ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਇਸ ਪਰਿਵਾਰ ਦੇ ਮਾਤਾ ਗੁਜਰ ਕੌਰ ਜੋ ਨੇ, ਉਹਨਾਂ ਦਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹਨੇ ਬਿਲਕੁਲ ਖੌਫ ਨਹੀਂ ਕੀਤਾ। ਖੌਫ ਦਾ ਅਰਥ ਹੁੰਦਾ ਡਰ ਕਰਨਾ। ਜਿਵੇਂ ਕੀਆ ਨਾ ਖੌਫ ਕੁਛ, ਇਹਨੇ ਬਿਲਕੁਲ ਮਨ ਦੇ ਵਿੱਚ ਕੋਈ ਡਰ ਨਹੀਂ ਕੀਤਾ। ਆਕਾ ਗੁਰੂ ਮਹਾਰਾਜ ਜੀ ਦਾ, ਮਾਤਾ ਕਾ ਤੇ ਮਾਤਾ ਗੁਜਰ ਕੌਰ ਦਾ ਜੀ। मोहरों का बदरा और वो डब्बा उड़ गया। ਮੋਹਰੋਂ ਕਾ ਬਦਰਾ ਕਹਿੰਦੇ ਨੇ ਥੈਲੀ ਨੂੰ। ਪੁਰਾਣਾ ਸਮਾਂ ਸੀ, ਉਦੋਂ ਲੋਕੀ ਜਿਹੜੇ ਸਿੱਕੇ ਹੋਇਆ ਕਰਦੇ ਨੇ, ਹਸਰਫੀਆਂ ਆਦਿਕ, ਉਹ ਬਦਰਿਆਂ ਦੇ ਵਿੱਚ, ਥੈਲੀਆਂ ਦੇ ਵਿੱਚ ਪਾ ਕੇ ਰੱਖਿਆ ਕਰਦੇ ਸਨ। ਹੁਣ ਇਹਨੇ ਕੀ ਕੀਤਾ, ਜਿਹੜਾ ਪੈਸਿਆਂ ਦੀ ਥੈਲੀ ਸੀ ਉਹ ਵੀ ਚੱਕ ਲਈਏ, ਉਹ ਡੱਬਾ ਉਡਾ ਗਿਆ, ਤੇ ਜਿਹੜਾ ਡੱਬਾ ਮੋਹਰਾ ਵਾਲਾ ਸੀ ਉਹ ਵੀ ਇਹਨੇ ਚੱਕ ਲਿਆ ਹੈ ਜੀ। तो किसी ब्राह्मण वो खजाना चुरा गया। ਤੇ ਜਿਹੜਾ ਮਾਤਾ ਜੀ ਕੋਲੇ ਇਹ ਖਜ਼ਾਨਾ ਸੀ, ਧੋਖੇ ਦੇ ਨਾਲ ਸੁੱਤਿਆ ਪਿਆ ਤੋਂ ਇਸ ਬ੍ਰਾਹਮਣ ਨੇ ਚੁੱਕ ਲਿਆ ਹੈ ਜੀ। बद जात बद सिफात वो गंगू नमक हराम। ਵੱਧ ਜਾਤ ਕਹਿੰਦੇ ਨੇ ਕਮੀਨੇ ਨੂੰ, ਜਿਹੜਾ ਹੋਵੇ ਤਾਂ ਮਨੁੱਖ ਪਰ ਕੰਮ ਉਹਦੇ ਕਮੀਨਿਆਂ ਵਾਲੇ ਹੋਣ, ਉਹਨੂੰ ਵੱਧ ਜਾਤ ਆਖਿਆ ਜਾਂਦਾ ਹੈ। ਤੇ ਵੱਧ ਸਿਫਾਤ ਆਖਿਆ ਜਾਂਦਾ ਜਿਹੜਾ ਮਨੁੱਖ ਨਿੰਦਨੀਆ ਹੋਵੇ, ਜਿੰਦੀ ਨਿੰਦਾ ਕੀਤੀ ਦਾ ਕੋਈ ਗੁਨਾਹ ਨਾ ਲੱਗਦਾ ਹੋਏ, ਉਹਨੂੰ ਵੱਧ ਸਿਫਾਤ ਆਖਦੇ ਨੇ। ਨਮਕ ਹਰਾਮ ਉਹਨੂੰ ਆਖਦੇ ਨੇ ਜਿਸ ਦੇ ਘਰ ਦਾ ਲੂਣ ਖਾ ਕੇ ਤੇ ਫਿਰ ਉੱਥੇ ਅਸੀਂ ਹਰਾਮਖੋਰੀ ਕਰੀਏ, ਉਹਦੇ ਨਾਲ ਧੋਖਾ ਜਾਂ ਦਗਾ ਕਰੀਏ। ਹੁਣ ਕਵੀ ਰਾਜ ਲਿਖਦਾ ਇਹ ਵੱਧ ਜਾਤ ਸੀ, ਭਾਵ ਕਮੀਨਾ ਸੀ, ਵੱਧ ਸਪਾਤ ਸੀ, ਨਿੰਦਨੀਆ ਸੀ। ਗੰਗੂ ਨਮਕ ਹਰਾਮ, ਤੇ ਇਹ ਗੰਗੂ ਭਾਈ ਨਮਕ ਹਰਾਮ ਹੈ ਜੀ। टुकड़ो सतगुरु के जो पलता रहे मुदाम। ਮੁਦਾਮ ਦਾ ਅਰਥ ਹੁੰਦਾ ਹਰ ਦਮ, ਜਿਨੇ ਗੁਰੂ ਘਰ ਦੇ ਪ੍ਰਸ਼ਾਦੇ ਛਕ ਕੇ, ਲੰਗਰ ਛਕ ਕੇ ਤੇ ਆਪਣੇ ਆਪ ਨੂੰ ਪਾਲਿਆ। ਮੁਦਾਮ, ਦਾਮ ਦਾ ਅਰਥ ਦਮ ਤੋਂ ਬਣਿਆ। ਮੂੰਹ ਦਾ ਅਰਥ ਹੈ ਮੂੰਹ ਦੇ ਵਿੱਚ, ਜਿੰਦੇ ਮੂੰਹ ਦੇ ਵਿੱਚ ਹਰ ਵਕਤ ਹੀ ਗੁਰੂ ਘਰ ਦਾ ਪ੍ਰਸ਼ਾਦਾ, ਹਰ ਇੱਕ ਚੀਜ਼ ਜੋ ਵੀ ਖਾਂਦਾ ਸੀ ਗੁਰੂ ਘਰ ਦੀ ਖਾਂਦਾ ਸੀ। ਆਪ ਦਾ ਤੋਂ ਹੁੰਦਾ ਆਨੰਦਪੁਰ ਸਾਹਿਬ, ਉੱਥੇ ਕੁਝ ਹੈ ਹੀ ਨਹੀਂ ਸੀ। ਫਿਰ ਇਸ ਦਾ ਅਰਥ ਕਰ ਦਿੰਦੇ ਨੇ ਹਮੇਸ਼ਾ। ਟੁਕੜੋਂ ਪੇ ਸਤਿਗੁਰੂ ਕੇ ਜੋ ਪਲਤਾ ਰਹਾ ਮੁਦਾਮ, ਜਿਹੜਾ ਹਰ ਵਕਤ ਗੁਰੂ ਘਰ ਦੇ ਪ੍ਰਸ਼ਾਦੇ ਪਾਣੀ ਤੇ ਆਪਣਾ ਜੀਵਨ ਤੋਰਦਾ ਹੈ ਜੀ। कर लेके सहजादे को आया जो बदल गाम। ਵੱਧ ਲਗਾਮ ਉਹਨੂੰ ਕਹਿੰਦੇ ਨੇ ਜਿਹੜਾ ਆਪ ਹਧੂਰਾ ਹੋਵੇ, ਕਿਸੇ ਦੀ ਗੱਲ ਨੂੰ ਨਾ ਸੁਣਨ ਵਾਲਾ, ਨਾ ਮੰਨਣ ਵਾਲਾ ਤੇ ਨਾ ਸਮਝਣ ਵਾਲਾ ਹੋਵੇ, ਉਹਨੂੰ ਆਖ ਦਿੰਦੇ ਨੇ ਵੱਧ ਲਗਾਮ। ਜਿਵੇਂ ਘੋੜੇ ਦੇ ਲਗਾਮ ਨਾ ਪਾਈ ਹੋਵੇ ਤਾਂ ਉਹਦਾ ਜਿੱਧਰ ਨੂੰ ਮੂੰਹ ਕਰਦਾ ਉਧਰ ਨੂੰ ਤੁਰ ਜਾਂਦਾ ਹੈ। ਜੇ ਲਗਾਮ ਪਾਈ ਹੋਵੇ ਤੇ ਉੱਤੇ ਸਵਾਰ ਬੈਠਾ ਹੋਵੇ ਤੇ ਫਿਰ ਉਹ ਇਸ ਤਰ੍ਹਾਂ ਨਹੀਂ ਕਰਦਾ, ਫਿਰ ਰਾਹ ਰਾਹ ਤੁਰਦਾ ਹੈ। ਘਰ ਲੈ ਕੇ ਸਹਜਾਦੇ ਕੋ ਆਇਆ ਜੋ ਵੱਧ ਲਗਾਮ, ਇਹ ਜਿਹੜਾ ਆਪ ਹਧੂਰਾ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਕੇ ਆਇਆ ਸੀ। हाजर के लूटने को क्या सब यह इंतजाम। ਤੇ ਇਹ ਸਾਰਾ ਜਿਹੜਾ ਇਹਨੇ ਇੰਤਜ਼ਾਮ ਕੀਤਾ ਸੀ ਨਾ, ਇਹਦੇ ਮਨ ਦੇ ਵਿੱਚ ਉਦੋਂ ਹੀ ਲਾਲਚ ਸੀ ਵੀ ਮਾਤਾ ਜੀ ਕੋਲੇ ਹੋਏਗਾ, ਨਹੀਂ ਤੇ ਹੋ ਸਕਦਾ ਲੈ ਕੇ ਨਾ ਆਉਂਦਾ। ਇਹਨੇ ਆਖਿਆ ਹੁਣ ਦਿਨ ਦਾ ਸਮਾਂ, ਜੇ ਇੱਥੇ ਮੈਂ ਲੁੱਟ ਖੋਹ ਕੀਤੀ ਤੇ ਮਾਤਾ ਜੀ ਨੇ ਰੌਲਾ ਪਾ ਦੇਣਾ। ਜੇ ਕਿਸੇ ਨੇ ਸੁਣ ਲਿਆ, ਜੇ ਮੁਗਲਾਂ ਨੇ ਵੀ ਸੁਣ ਲਿਆ ਤੇ ਉਹ ਵੀ ਮੇਰੇ ਤੋਂ ਖੋਹ ਲੈਣਗੇ। ਕਿਉਂ ਨਾ ਮੈਂ ਘਰੇ ਲੈ ਕੇ ਜਾਵਾਂ ਤੇ ਘਰੇ ਲਿਜਾ ਕੇ ਫਿਰ ਮੈਂ ਇਹਨਾਂ ਤੋਂ ਇਹ ਲੁੱਟ ਖੋਹ ਜਿਹੜੀ ਹੈ ਨਾ ਉਹ ਕਰ ਲਵਾਂ। ਕਰ ਲੈ ਕੇ ਸਹਜਾਦੇ ਕੋ ਆਇਆ ਜੋ ਵੱਧ ਲਗਾਮ, ਆਪ ਅਧੂਰਾ ਸਾਹਿਬਜ਼ਾਦਿਆਂ ਨੂੰ ਲੈ ਕੇ ਆ ਗਿਆ। ਥਾ ਜੜ ਕੇ ਲੁੱਟਣੇ ਕੋ ਕੀਆ ਸਭ ਇਹ ਇੰਤਜ਼ਾਮ, ਇਹਨੇ ਸਾਰਾ ਇੰਤਜ਼ਾਮ ਜਿਹੜਾ ਹੈ ਨਾ, ਭਾਵ ਜਿਹੜਾ ਸਾਹਿਬਜ਼ਾਦੇ ਤੇ ਮਾਤਾ ਗੁਜਰ ਨੂੰ ਘਰ ਲੈ ਕੇ ਆਇਆ ਨਾ, ਇਹ ਸੇਵਾ ਭਾਵਨਾ ਨਾਲ ਨਹੀਂ ਸੀ ਲੈ ਕੇ ਆਇਆ।
ਇਹਦੀ ਨੀਤ ਸੀ ਜਿਹੜੀ ਉਹਦੇ ਵਿੱਚ ਖੋਟ ਹੈ ਜੀ। दुनिया में अपने नाम को बदनाम कर गया। ਤੇ ਰਹਿੰਦੀ ਦੁਨੀਆ ਤੱਕ ਇਹਨੇ ਆਪਣੇ ਨਾਮ ਦੇ ਪਿੱਛੇ ਬਦਨਾਮੀ ਲਾ ਲਈ ਹੈ। दुश्मन भी जो ना करता वो जह काम कर गया। ਜਿਹੜਾ ਕੰਮ ਦੁਸ਼ਮਣ ਤੋਂ ਵੀ ਨਹੀਂ ਹੁੰਦਾ ਉਸ ਕੰਮ ਨੂੰ ਅੱਜ ਇਹਨੇ ਕਰ ਦਿੱਤਾ ਹੈ। ਜਿਹੜਾ ਦਾਨਾ ਦੁਸ਼ਮਣ ਹੁੰਦਾ ਹੈ ਨਾ ਤੇ ਉਹ ਬੇਗੁਰੇ ਸੱਜਣ ਤੋਂ ਕਿਤੇ 100 ਗੁਣਾ ਚੰਗਾ ਹੁੰਦਾ ਹੈ। ਜਿਹੜਾ ਦਾਨਾ ਦੁਸ਼ਮਣ ਹੁੰਦਾ ਹੈ ਉਹ ਕਦੀ ਦੁਸ਼ਮਣ ਦੇ ਬੱਚੇ ਦੇ ਨਾਲ ਵੈਰ ਨਹੀਂ ਕੱਢਦਾ। ਜਿਹੜਾ ਦਾਨਾ ਦੁਸ਼ਮਣ ਹੁੰਦਾ ਹੈ ਉਹ ਦੁਸ਼ਮਣ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਦਾ ਹੈ। ਪਰ ਜਿਹੜਾ ਗੈਰਤਹੀਣਾ ਸੱਜਣ ਹੁੰਦਾ ਹੈ, ਬੇਗੁਰਾ ਸੱਜਣ ਹੁੰਦਾ ਹੈ, ਉਹ ਆਪਣੇ ਸੱਜਣ ਦੇ ਬੱਚਿਆਂ ਦੇ ਨਾਲ ਵੀ ਧਰੋ ਕਮਾ ਜਾਂਦਾ ਜੇ ਤੇ ਆਪਣੇ ਸੱਜਣ ਦੀ ਇੱਜ਼ਤ ਨੂੰ ਵੀ ਹੱਥ ਪਾ ਜਾਂਦਾ ਜੇ। ਹੁਣ ਇਹ ਜਿਹੜਾ ਹੈ ਨਾ ਇਹ ਉਹਨਾਂ ਦੇ ਵਿੱਚੋਂ ਹੈ ਜਿਹੜੇ ਭਾਈ सज्जन होके दगा कमान वाले हन। अल किसा जब सवेर को जागी गुरु की मां। अल किसा दा अर्थ हुंदा असल विच गल इस तरह होई जां मैं गल नूं मुकावां जेड़ा कुछ उत्थे वापरिया। अल किसा सब सवेर को जागी गुरु की मां। जदों माता गुजर कौर ने अगला दिन अमृत वेला संभालना कीता जी। रखे हुए खजाना का पाया ना कुछ निसा। ਤੇ ਮਾਤਾ ਜੀ ਨੇ ਜਿਹੜਾ ਡੱਬਾ ਸੀ ਥੈਲੀ ਸੀ ਉਹਨੂੰ ਜਦੋਂ ਸੰਭਾਲਣਾ ਕੀਤਾ ਤੇ ਉਹਨਾਂ ਦਾ ਉੱਥੇ ਨਾਮੋ ਨਿਸ਼ਾਨ ਵੀ ਨਹੀਂ ਮਿਲਿਆ ਹੈ। गंगू से बोली लेता है क्यों सब्र बेकसा। ਹੁਣ ਮਾਤਾ ਜੀ ਗੰਗੂ ਨੂੰ ਆਂਦੇ ਨੇ ਗੰਗੂ ਭਾਈ ਤੂੰ ਆ ਜਿਹੜੀ ਇਹ ਨਾ ਗੱਲ ਇਹ ਹੱਦ ਮੁਕਾ ਦਿੱਤੀ ਏ। ਬੇਕਸਾ ਦਾ ਅਰਥ ਹੁੰਦਾ ਹੈ ਉਸ ਹਾਲਤ, ਬੇਕਸਾ ਉਸ ਹਾਲਤ ਦਾ ਨਾਂ ਹੈ ਜਿਸ ਵਕਤ ਮੁਸੀਬਤ ਬੰਦੇ ਤੇ ਪਈ ਹੋਵੇ ਤੇ ਪਈ ਹੋਈ ਮੁਸੀਬਤ ਦੇ ਵਿੱਚ ਕੋਈ ਆਪਣਾ ਜਿਹੜਾ ਹੈ ਉਹਦਾ ਫਾਇਦਾ ਉਠਾਵੇ। ਸ਼ਾਇਦ ਮੈਨੂੰ ਸਮਝਾਣਾ ਨਾ ਆਵੇ। ਬੇਕੁਸਾ ਇਹ ਉਦੋਂ ਸ਼ਬਦ ਵਰਤਿਆ ਜਾਂਦਾ ਹੈ ਜਦੋਂ ਕੋਈ ਹੋਵੇ ਸੱਜਣ ਤੇ ਮੁਸੀਬਤ ਵਿੱਚ ਪਏ ਹੋਏ ਆਪਣੇ ਸੱਜਣ ਨੂੰ ਸਾਥ ਦੇਣ ਦੀ ਜਗ੍ਹਾ ਉਹਦੀ ਮੁਸੀਬਤ ਦੇ ਵਿੱਚ ਉਹਦਾ ਫਾਇਦਾ ਉਠਾਵੇ ਵੀ ਅੱਜ ਇਹ ਮੁਸੀਬਤ ਦੇ ਵਿੱਚ ਫਸਿਆ ਹੈ ਤੇ ਮੈਂ ਇਹਦੇ ਤੋਂ ਆ ਵੀ ਫਾਇਦਾ ਲੈ ਲਵਾਂ। ਉਹਦੀ ਮੁਸੀਬਤ ਦੀ ਪਰਵਾਹ ਨਾ ਕਰੇ ਤੇ ਉਹਦੀ ਮੁਸੀਬਤ ਦਾ ਫਾਇਦਾ ਲੈ ਲਵੇ। ਹੁਣ ਅੱਜ ਮਾਤਾ ਗੁਜਰ ਕੌਰ ਜੀ ਇੱਕ ਮੁਸੀਬਤ ਦੇ ਵਿੱਚ ਸਨ ਤੇ ਉਹਨਾਂ ਦਾ ਜਿਹੜਾ ਸਬਰ ਹੈ ਨਾ ਉਹਨੂੰ ਇਹ ਅੱਜ ਫਿਰ ਅਜਮਾ ਰਿਹਾ ਤੇ ਮੁਸੀਬਤ ਦੇ ਵਿੱਚ ਪਿਆਂ ਦਾ ਆਪ ਇਹ ਫਾਇਦਾ ਲੈ ਰਿਹਾ ਵੀ ਮੁਸੀਬਤ ਦੇ ਵਿੱਚ ਫਸੇ ਨੇ ਨਾ ਕਿਹੜਾ ਥਾਣੇ ਜਾ ਕੇ ਪਰਚਾ ਦੇਣਾ। ਮੇਰੇ ਖਿਆਲ ਹੁਣ ਗੱਲ ਸਮਝ ਆ ਗਈ ਹੋਣੀ ਹੈ। ਗੰਗੂ ਦਾ ਅੰਦਰ ਦਾ ਜਿਹੜਾ ਖਿਆਲ ਸੀ ਬੇਕਸਾਂ ਸ਼ਬਦ ਇਸ ਵਾਸਤੇ ਵਰਤਿਆ ਗਿਆ ਹੈ ਵੀ ਮਾਤਾ ਗੁਜਰ ਕੌਰ ਜੀ ਤਾਂ ਆਪ ਪੁਲਿਸ ਤੋਂ ਲੁਕਦੇ ਫਿਰਦੇ ਨੇ ਤੇ ਮੈਂ ਇਹਨਾਂ ਦਾ ਜਿਹੜਾ ਧਨ ਦੌਲਤ ਇਹ ਚੁੱਕ ਕੇ ਲੈ ਜਾਣਾ। ਇਹਨਾਂ ਨੇ ਕਿਹੜਾ ਥਾਣੇ ਜਾ ਕੇ ਪਰਚਾ ਦੇਣਾ। ਇਸ ਤਰ੍ਹਾਂ ਇਹਨੇ ਇਹਨਾਂ ਨੂੰ ਮੁਸੀਬਤ ਦੇ ਵਿੱਚ ਫਸਿਆ ਨੂੰ ਇਸ ਦਾ ਫਾਇਦਾ ਉਠਾਉਣ ਦਾ ਯਤਨ ਕੀਤਾ ਹੈ ਜੀ। चल ले गया उठा के तू है जिस तरू कहां। ਹੁਣ ਮਾਤਾ ਜੀ ਕਹਿੰਦੇ ਨੇ ਮੁਸੀਬਤ ਵਿੱਚ ਪਿਆ ਦਾ ਤੂੰ ਫਾਇਦਾ ਉਠਾ ਰਿਹਾ ਤੇ ਸਾਡੀ ਜਿਹੜੀ ਮਾਇਆ ਖਜ਼ਾਨਾ ਸੀ ਨਾ ਉਹ ਤੂੰ ਲੈ ਕੇ ਗਿਆ ਹੈ। ਜਿਸ ਤਰੂ ਕਹਾਂ, ਜਿਸ ਤਰੂ ਕਹਿੰਦੇ ਨੇ ਕਾਲੇ ਮੂੰਹ ਵਾਲੇ ਨੂੰ। ਮਾਤਾ ਜੀ ਨੇ ਕਿਹਾ ਕਾਲੇ ਮੂੰਹ ਵਾਲਿਆ ਇਹ ਤੂੰ ਲੈ ਕੇ ਗਿਆ ਹੈ ਜੀ। बेहतर था मांग लेता तू हमसे तमाम माल। ਜੇ ਤੂੰ ਸਾਡੇ ਤੋਂ ਸਾਰਾ ਕੁਝ ਵੀ ਮੰਗ ਲੈਂਦਾ ਨਾ ਤੇ ਉਹ ਸਾਰਿਆਂ ਤੋਂ ਚੰਗਾ ਸੀ। ਬਿਹਤਰ ਦਾ ਅਰਥ ਹੁੰਦਾ ਚੰਗਾ ਸੀ। ਜੇ ਤੂੰ ਸਾਡੇ ਤੋਂ ਦੋਵੇਂ ਚੀਜ਼ਾਂ ਗਹਿਣੇ ਗੱਟੇ ਤੇ ਪੈਸੇ ਮੰਗ ਕੇ ਲੈ ਲੈਂਦਾ ਤੇ ਉਹ ਤੇਰੇ ਵਾਸਤੇ ਤੇ ਸਾਡੇ ਵਾਸਤੇ ਚੰਗੀ ਗੱਲ ਸੀ। लेकिन हुआ चुराने से तुझ पर हराम माल। ਤੂੰ ਇਹ ਜਿਹੜੀ ਚੋਰੀ ਕਰ ਲਈ ਏ ਇਸ ਕਰਕੇ ਜਿਹੜਾ ਕੁਝ ਵੀ ਤੂੰ ਲੈ ਗਿਆ ਉਹ ਤੇਰੇ ਲਈ ਹਰਾਮ ਦਾ ਮਾਲ ਹੋ ਗਿਆ ਹੈ ਜੀ। इस घर का तू गुलाम था सदगा किया। ਜਿਹੜੇ ਘਰ ਦੇ ਵਿੱਚ ਤੂੰ ਗੁਲਾਮ ਬਣ ਕੇ ਰਹਿੰਦਾ ਸੀ ਉਸ ਘਰ ਦੇ ਨਾਲ ਹੀ ਤੂੰ ਅੱਜ ਦਗਾ ਕਰ ਰਿਹਾ ਹੈ। ला कर के घर में काम जय क्या बेवफा किया। ਤੇ ਤੂੰ ਸਾਨੂੰ ਆਪਣੇ ਘਰੇ ਲਿਆ ਕੇ ਤੇ ਇਹ ਕੰਮ ਹੈ ਜਿਹੜਾ ਇਹ ਬੇਵਫਾਈ ਦਾ ਕੀਤਾ। ਬੇਵਫਾ ਕਹਿੰਦੇ ਨੇ ਧੋਖਾ ਦੇਣ ਨੂੰ। ਤੂੰ ਅੱਜ ਸਾਨੂੰ ਆਪਣੇ ਘਰ ਦੇ ਵਿੱਚ ਲਿਆ ਕੇ ਤੇ ਸਾਡੇ ਨਾਲ ਧੋਖਾ ਕੀਤਾ ਹੈ। घर के लिए सवाल ना क्यों थर बरबल किया। ਬਰਮਲਾ ਦਾ ਅਰਥ ਹੁੰਦਾ ਹੈ ਸਾਫ਼ ਸਾਫ਼
बिना किसी झिझक तो जर के लिए सवाल ना क्यों बरमला किया। माता गुजर कौर जी कहंदे ने ਇਹ ਮਾਇਆ ਜਿਹੜੀ ਇਹਦੇ ਲਈ ਤੂੰ ਸਾਨੂੰ ਸਾਫ਼-ਸਾਫ਼ ਕਹਿ ਦਿੰਦਾ ਤੇ ਅਸੀਂ ਆਪਣੇ ਹੱਥਾਂ ਨਾਲ ਤੈਨੂੰ ਦੇ ਦੇਣੀ ਸੀ। ਇਹਦੇ ਲਈ ਤੈਨੂੰ ਇਸ ਤਰ੍ਹਾਂ ਚੋਰੀ ਕਰਨ ਦੀ ਲੋੜ ਨਹੀਂ ਸੀ, ਤੈਨੂੰ ਮੰਗਿਆ ਇਹ ਮਿਲ ਜਾਣੀ ਸੀ। हमसे तो जिसने जो भी है मांगा ता किया। ਤੇ ਮਾਤਾ ਗੁਜਰ ਕੌਰ ਕਹਿੰਦੇ ਨੇ ਸਾਡੇ ਤੋਂ ਤਾਂ ਜਿਹੜਾ ਕੁਝ ਜਿੰਨੇ ਮੰਗ ਲਿਆ ਅਸੀਂ ਉਹਨੂੰ ਉਹ ਦੇ ਦਿੱਤਾ ਹੈ। माता हूँ कल की तर की तुझे क्या खबर ना थी। ਕਿ ਤੈਨੂੰ ਇਸ ਗੱਲ ਦਾ ਪਤਾ ਨਹੀਂ ਮੈਂ ਮਾਤਾ ਗੁਜਰ ਕੌਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਵਾਂ ਤੇ ਉਹ ਮਾਤਾ ਵਾਂ ਜਿਹਨੇ ਆਪਣੇ ਹੱਥ ਦੇ ਨਾਲ ਇੰਨਾ ਕੁਝ ਇੱਕ ਦਿਨ ਦੇ ਵਿੱਚ ਹੀ ਵੰਡਦੀ ਰਹੀ ਹਾਂ ਜੀ। तेरी तरह तो मुझको जरा हिर्स जुराना थी। ਤੇਰੀ ਤਰ੍ਹਾਂ ਦਾ ਅਰਥ ਹੁੰਦਾ ਜਿਵੇਂ ਤੂੰ ਸਾਡੇ ਨਾਲ ਕੀਤੀ ਏ ਗੰਗੂ, ਇਸ ਤਰ੍ਹਾਂ ਅਸੀਂ ਤੇਰੇ ਤੋਂ ਉਮੀਦ ਨਹੀਂ ਸੀ ਰੱਖਦੇ। वाहिगुरु के नाम पे कुल मालू जर पी दूं। ਤੇ ਵਾਹਿਗੁਰੂ ਦੇ ਨਾਮ ਤੇ ਮੈਂ ਤੈਨੂੰ ਇਹ ਸਾਰਾ ਕੁਝ ਹੀ ਦੇ ਦੇਣਾ ਸੀ। हिलकत के फायदे को लुटा अपना घर भी दूं। ਦੁਨੀਆ ਦਾ ਭਲਾ ਹੋਵੇ ਉਸ ਦੇ ਲਈ ਮੈਂ ਆਪਣਾ ਘਰ ਵੀ ਲੁਟਾ ਸਕਦੀ ਹਾਂ। गर्दन पति की दे चुकी अपना सर भी दूं। ਤੇ ਮੈਂ ਤਾਂ ਲੁਕਾਈ ਦੇ ਭਲੇ ਵਾਸਤੇ ਕਿਸੇ ਦਾ ਧਰਮ ਰੱਖਣ ਵਾਸਤੇ ਆਪਣੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਵੀ ਦਿੱਤਾ ਤੇ ਆਪਣਾ ਵੀ ਦੇਣ ਨੂੰ ਤਿਆਰ ਹਾਂ। कृष्ण दिए अकाल को लखते जिगर पी दूं। ਤੇ ਖੁਸ਼ ਨੂੰ ਦੀਏ ਦਾ ਅਰਥ ਹੁੰਦਾ ਖੁਸ਼ ਕਰਨ ਦੇ ਲਈ। ਅਕਾਲ ਵਾਹਿਗੁਰੂ ਨੂੰ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਖੁਸ਼ ਕਰਨ ਦੇ ਲਈ ਲਖਤੇ ਜਿਗਰ ਪੀ ਦੂੰ। ਆਪਣੇ ਛੋਟੇ ਸਾਹਿਬਜ਼ਾਦੇ ਨੇ ਨਾ ਇਹ ਵੀ ਕੁਰਬਾਨ ਕਰਨ ਦੇ ਲਈ ਤਿਆਰ ਹਾਂ। इकरार कर ले अपनी खता तू अगर अभी। ਹੁਣ ਮਾਤਾ ਗੁਜਰ ਕੌਰ ਜੀ ਇਹਨੂੰ ਸਮਝਾਉਂਦੇ ਨੇ ਤੂੰ ਇਸ ਤਰ੍ਹਾਂ ਕਰ, ਤੂੰ ਗੁਨਾਹ ਕੀਤਾ ਹੈ, ਤੂੰ ਚੋਰੀ ਕੀਤੀ ਹੈ, ਇਸ ਚੋਰੀ ਨੂੰ ਤੂੰ ਕਬੂਲ ਕਰ ਲਾ। ਤੂੰ ਇਹ ਇਕਰਾਰ ਕਰ ਵੀ ਮੈਂ ਚੋਰੀ ਕੀਤੀ ਹੈ ਤੇ ਮੇਰੇ ਤੋਂ ਗਲਤੀ ਹੋਈ ਹੈ। हम बख्श देंगे शौक से सब मालो जर अभी। ਇਹ ਜਿਤਨਾ ਕੁਝ ਤੇਰੇ ਕੋਲ ਨਾ ਅਸੀਂ ਵਾਪਸ ਨਹੀਂ ਲੈਣਾ ਤੇਰੇ ਤੋਂ, ਇਹ ਤੇਰੇ ਹੀ ਹੈ ਤੇ ਤੂੰ ਹੀ ਇਹਨੂੰ ਰੱਖੀ। ਅਸੀਂ ਤੈਨੂੰ ਇਹ ਬਖਸ਼ ਦਿੱਤਾ ਪਰ ਤੂੰ ਸਾਡੇ ਕੋਲ ਇਹ ਗੱਲ ਆਖ ਦੇ ਵੀ ਚੋਰੀ ਮੈਂ ਕੀਤੀ ਹੈ। उपदेश मात गुजरी का सुन कर वह बेहया। ਬੇਹਿਆ ਦਾ ਅਰਥ ਹੁੰਦਾ ਜਿਹਨੂੰ ਸ਼ਰਮ ਨਾ ਹੋਵੇ, ਜਿਹੜਾ ਸ਼ਰਮਸਾਰ ਹੋਵੇ ਨਾ। ਜੋ ਮਰਜ਼ੀ ਅਸੀਂ ਆਖੀਏ ਜਾਵੇ ਉਸ ਗੱਲ ਦੀ ਉਹ ਸ਼ਰਮ ਨਾ ਵਰਤੇ, ਸ਼ਰਮ ਨਾ ਮੰਨੇ, ਉਹਨੂੰ ਬੇਹਿਆ ਆਖਿਆ ਜਾਂਦਾ ਹੈ। ਉਪਦੇਸ਼ ਮਾਤ ਗੁਜਰੀ ਕਾ ਸੁਣ ਕਰ ਉਹ ਬੇਹਿਆ। ਇਹ ਬੇਸ਼ਰਮ ਬੰਦਾ ਇਤਨਾ ਸੀ ਕਿ ਇਹਨੂੰ ਮਾਤਾ ਗੁਜਰ ਕੌਰ ਜੀ ਨੇ ਉਪਦੇਸ਼ ਦਿੱਤਾ ਚੱਲ ਭਈ ਗੰਗੂ ਹੁਣ ਤੱਕ ਤੂੰ ਸਾਡੇ ਘਰ ਦਾ ਖਾਂਦਾ ਰਿਹਾ ਤੇ ਅਸੀਂ ਨਹੀਂ ਚਾਹੁੰਦੇ ਵੀ ਤੂੰ ਇਹ ਹਰਾਮ ਦਾ ਮਾਲ ਹੈ ਜਿਹੜਾ ਆਪਣੇ ਕੋਲ ਰੱਖ ਕੇ ਤੇ ਗੁਨਾਹਗਾਰ ਬਣੇ। ਤੂੰ ਇਸ ਤਰ੍ਹਾਂ ਕਰ, ਸਾਨੂੰ ਦੱਸ ਦੇ, ਸਾਡੇ ਕੋਲ ਮੰਨ ਜਾ ਵੀ ਇਹ ਚੋਰੀ ਮੈਂ ਕੀਤੀ ਹੈ ਤੇ ਅਸੀਂ ਤੇਰੀ ਕੀਤੀ ਹੋਈ ਗਲਤੀ ਵੀ ਮਾਫ ਕਰ ਦਿਆਂਗੇ ਤੇ ਜਿਹੜਾ ਇਹ ਸਾਰਾ ਧਨ ਹੈ ਇਹ ਵੀ ਤੈਨੂੰ ਦੇ ਦਿਆਂਗੇ। ਪਰ ਇਸ ਮੂਰਖ ਨੇ ਇਸ ਉਪਦੇਸ਼ ਦੀ ਜਗ੍ਹਾ ਤੇ ਅੱਗੇ ਹੋਰ ਬੇਸ਼ਰਮੀ ਵਰਤੀ ਹੈ ਜੀ। शर्मिंद होने की जगह चलाने लग गया। ਜਿੱਥੇ ਇਹਨੇ ਸ਼ਰਮਿੰਦਗੀ ਨੂੰ ਧਾਰਨਾ ਸੀ, ਸ਼ਰਮਿੰਦਾ ਹੋਣਾ ਸੀ, ਉੱਥੇ ਇਹ ਉੱਚੀ ਉੱਚੀ ਸੱਚਾ ਹੋਣ ਦਾ ਮਾਰਾ ਰੌਲਾ ਪਾਣ ਲੱਗ ਗਿਆ ਹੈ। था जोर जोर से देखो गजब है क्या। ਬਖਤਾ ਦਾ ਅਰਥ ਹੁੰਦਾ ਰੌਲਾ ਪਾਣਾ। ਇਹ ਜ਼ੋਰ ਜ਼ੋਰ ਦੀ ਭੌਂਕਣ ਲੱਗ ਗਿਆ, ਜ਼ੋਰ ਜ਼ੋਰ ਦੀ ਰੌਲਾ ਪਾਣ ਲੱਗ ਗਿਆ। ਕਹਿੰਦਾ ਵੇਖੋ ਮੇਰੇ ਨਾਲ ਕੀ ਗਜਬ ਕਰ ਰਹੇ ਹਨ। तुमको पनाह देने की क्या थी यही जजा। ਜੱਜਾ ਦਾ ਅਰਥ ਹੁੰਦਾ ਬਦਲਾ। ਮਾਤਾ ਗੁਜਰ ਕੌਰ ਨੂੰ ਕਹਿੰਦਾ ਮਾਤਾ ਗੁਜਰ ਕੌਰ ਮੈਂ ਤੁਹਾਨੂੰ ਪਨਾਹ ਦਿੱਤੀ ਹੈ, ਰਾਤ ਕਟਾਈ ਹੈ ਤੇ ਉਸ ਦੇ ਬਦਲੇ ਤੁਸੀਂ ਮੈਨੂੰ ਬਦਨਾਮੀ ਦੇ ਰਹੇ ਹੋ। ਵੇਖੋ ਚੋਰ ਹੈ ਤੇ ਚਾਦਰ ਬਣ ਰਿਹਾ ਹੈ। ਮਾਤਾ ਜੀ ਨੇ ਉਪਦੇਸ਼ ਦੇਣ ਦਾ ਯਤਨ ਕੀਤਾ ਵੀ ਤੂੰ ਸਾਡੇ ਘਰ ਦਾ ਨਮਕ ਖਾਦਾ ਹੈ ਤੇ ਤੈਨੂੰ ਇਹ ਹਰਾਮ ਦੀ ਕਮਾਈ ਹੈ ਜਿਹੜੀ ਇਹ ਗੁਨਾਹ ਨਾ ਲੱਗੇ, ਇਸ ਕਰਕੇ ਤੂੰ ਚੋਰੀ ਕਬੂਲ ਕਰ ਲੈ ਤੇ ਸਾਰਾ ਕੁਝ ਹੀ ਰੱਖ ਲੈ। ਪਰ ਇਹ ਸ਼ਰਮਿੰਦਾ ਨਾ ਹੋਣ ਦੀ ਬਜਾਏ ਉਲਟਾ ਮਾਤਾ ਜੀ ਨੂੰ ਹੀ ਦੋਸ਼ ਲਾ ਰਿਹਾ ਹੈ ਜੀ। फिरते हो जांच पाए हुए खुद नवाब से। ਫਿਰਤੇ ਦਾ ਅਰਥ ਹੁੰਦਾ ਜਾ ਰਹੇ ਹੋ, ਫਿਰਤੇ ਹੋ ਜਾਂ ਛੁਪਾਏ, ਜਾਣ ਦਾ ਅਰਥ ਹੈ ਜਾਨ ਜ਼ਿੰਦਗੀ। ਉਲਟਾ ਕਹਿੰਦਾ ਮਾਤਾ ਜੀ ਤੁਸੀਂ ਤਾਂ ਆਪਣੀ ਜਾਨ ਬਚਾਉਣ ਦੇ ਲਈ ਲੁਕਦੇ ਫਿਰਦੇ ਹੋ ਜੀ। कहते हो मुझको चोर जह फिर किस हिसाब से। ਤੇ ਤੁਸੀਂ ਮੈਨੂੰ ਕਿਹੜੇ ਹਿਸਾਬ ਦੇ ਨਾਲ ਚੋਰ ਆਖ ਰਹੇ ਹੋ? ਮੈਨੂੰ ਤੁਸੀਂ ਚੋਰ ਕਿਉਂ ਬਣਾ ਰਹੇ ਹੋ?
चुपचाप कर से चल दिया फिर वो नमक हराम। ਇਹ ਹੁਣ ਚੁੱਪਚਾਪ ਆਪਣੇ ਘਰੋਂ ਚੱਲ ਪਿਆ ਹੈ। ਗੁਰਬਾਣੀ ਦਾ ਫਰਮਾਨ ਆਉਂਦਾ, ਲੋਭੀ ਕਾ ਵਸਾਉ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੇ ਧੁਹੈ, ਜਿੱਥੇ ਹੱਥ ਨਾ ਪਾਏ। ਜਿਹੜਾ ਲੋਭੀ ਬੰਦਾ ਹੈ ਇਹਦਾ ਕਦੇ ਵੀ ਵਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਲੋਭੀ ਬੰਦਾ ਜਿਹੜਾ ਇਹਨੇ ਸਾਨੂੰ ਅੰਤਲੇ ਸਮੇਂ ਉੱਥੇ ਸੱਟ ਦੇਣਾ ਹੁੰਦਾ ਜਿੱਥੇ ਸਾਡਾ ਹੱਥ ਵੀ ਨਾ ਪਵੇ। ਉਸ ਖੱਤੇ ਦੇ ਵਿੱਚ, ਉਸ ਟੋਏ ਦੇ ਵਿੱਚ ਸੱਟੇਗਾ ਜਿੱਥੇ ਸਾਡਾ ਹੱਥ ਵੀ ਨਾ ਪਵੇ ਤੇ ਅਸੀਂ ਹੱਥ ਪਾ ਕੇ ਬਾਹਰ ਆ ਸਕੀਏ। ਚੁੱਪਚਾਪ ਘਰ ਸੇ ਚੱਲ ਦਿਆ ਫਿਰ ਉਹ ਨਮਕ ਹਰਾਮ। ਇਹ ਨਮਕ ਹਰਾਮ ਹੁਣ ਮਰਿੰਡੇ ਵਾਲੇ ਪਾਸੇ ਚੁੱਪਚਾਪ ਘਰੋਂ ਚੱਲ ਪਿਆ ਹੈ। पहुंचा वो दे इस जगह पे मुरिंडा था जिसका नाम। ਕਵੀ ਰਾਜ ਲਿਖਦਾ ਹੈ, ਜਿਸ ਸ਼ਹਿਰ ਦਾ ਨਾਮ ਮਰਿੰਡਾ ਹੈ ਤੇ ਉਸ ਜਗ੍ਹਾ ਤੇ ਪਹੁੰਚ ਗਿਆ ਹੈ ਜੀ। मुख फिर वहां नवाब के रखते थे कुछ कयाम। ਇੱਥੇ ਨਾ ਇੱਕ ਚੌਂਕੀ ਸੀ, ਕਈਆਂ ਨੇ ਥਾਣਾ ਵੀ ਲਿਖਿਆ, ਕਿਉਂਕਿ ਇਤਿਹਾਸਕਾਰਾਂ ਦੇ ਵੱਖੋ ਵੱਖਰੇ ਵਿਚਾਰ ਨੇ। ਕੋਈ ਕਿਵੇਂ ਲਿਖ ਦਿੰਦਾ, ਕੋਈ ਕਿਵੇਂ ਲਿਖ ਦਿੰਦਾ। ਭਾਵੇਂ ਚੌਂਕੀ ਸੀ ਭਾਵੇਂ ਥਾਣਾ ਸੀ, ਸਾਡਾ ਮਤਲਬ ਸਿਰਫ ਇਹ ਵੀ ਇੱਥੋਂ ਦੀ ਜਿਹੜੀ ਪੁਲਿਸ ਸੀ ਨਾ ਉਹ ਪਕੜ ਕੇ ਲੈ ਗਈ। ਇੱਥੇ ਜਿਹੜੇ ਸਨ ਮੁਖਬਰ ਕਹਿੰਦੇ ਨੇ ਚੁਗਲੀ ਕਰਨ ਵਾਲੇ ਨੂੰ। ਇੱਥੇ ਇਸ ਥਾਣੇ ਦੇ ਜਾਂ ਇਸ ਚੌਂਕੀ ਦੇ ਜਿਹੜੇ ਕਰਿੰਦੇ ਸੀ ਉਹਨਾਂ ਨੇ ਪਿੰਡ ਦੇ ਵਿੱਚ ਕੁਝ ਚੁਗਲੀ ਕਰਨ ਵਾਲੇ ਰੱਖੇ ਸੀ। ਇਹ ਆਮ ਸ਼ਹਿਰਾਂ ਪਿੰਡਾਂ ਦੇ ਵਿੱਚ ਜਿੱਥੇ ਵੀ ਹੋਣ ਨਾ ਚੌਂਕੀਆਂ ਥਾਣੇ ਹੋਣ, ਉੱਥੇ ਪਿੰਡਾਂ ਦੇ ਆਮ ਲੋਕ ਨੇ ਜਿਹੜੇ ਪੁਲਿਸ ਵਾਲੇ ਉਹਨਾਂ ਨਾਲ ਰਲ ਕੇ ਰਹਿੰਦੇ ਨੇ, ਕਿਉਂਕਿ ਪੁਲਿਸ ਵਾਲਿਆਂ ਨੂੰ ਐਵੇਂ ਨਹੀਂ ਪਤਾ ਲੱਗਦਾ। ਜਿਹੜੇ ਪਿੰਡ ਦੇ ਵਿੱਚ ਮੁਖਬਰ ਹੁੰਦੇ ਨੇ, ਚੁਗਲ ਹੁੰਦੇ ਨੇ, ਉਹ ਫਿਰ ਪੁਲਿਸ ਵਾਲਿਆਂ ਨੂੰ ਜਾ ਕੇ ਦੱਸਦੇ ਨੇ। ਹੁਣ ਇੱਥੇ ਜਿਹੜੇ ਮੁਖਬਰ ਸਨ ਬਰਿੰਡੇ ਦੇ ਵਿੱਚ ਉੱਥੇ ਰੱਖੇ ਹੋਏ, ਉਹਨਾਂ ਨੂੰ ਜਾ ਕੇ ਮਿਲਦਾ ਹੈ ਜੀ। खुफिया कुछ उनसे करने लगा बदसर यार कलाम। ਖੁਫੀਆ ਦਾ ਅਰਥ ਹੁੰਦਾ ਗੁਫ਼ਤਗੂ। ਉਹਨਾਂ ਦੇ ਨਾਲ ਗੁਫ਼ਤਗੂ ਕਰਕੇ ਤੇ ਫਿਰ ਇਹ ਥਾਣੇ ਦੇ ਵਿੱਚ ਪਹੁੰਚ ਗਿਆ। ਕਰਨੇ ਲਗਾ ਬਦ ਸੈਰ ਕਲਾਮ। ਬਦ ਸੈਰ ਕਹਿੰਦੇ ਨੇ ਬੁਰੀ ਸੀਰਤ ਵਾਲਾ, ਜਿਸ ਦੀ ਅੰਦਰੋਂ ਜ਼ਮੀਰ ਮਰੀ ਹੋਵੇ, ਉਹਦੇ ਲਈ ਇਹ ਬਦ ਸੈਰ ਸ਼ਬਦ ਜਿਹੜਾ ਵਰਤਿਆ ਜਾਂਦਾ। ਕਲਾਮ ਦਾ ਅਰਥ ਹੁੰਦਾ ਨਮਸਕਾਰਾਂ ਕਰਨੀਆਂ, ਗੱਲਬਾਤ ਕਰਨੀ। ਇਹ ਹੁਣ ਮੁਖਬਰਾਂ ਨੂੰ ਮਿਲ ਕੇ ਤੇ ਥਾਣੇ ਦੇ ਵਿੱਚ ਜਾ ਕੇ ਛੋਟੇ ਸਾਹਿਬਜ਼ਾਦਿਆਂ ਦੇ ਲਈ ਕੋਈ ਨਾ ਕੋਈ ਗੁਫ਼ਤਗੂ ਕਰ ਰਿਹਾ ਹੈ ਜੀ। मतलब था जिसका घर मेरे सतगुर के लाल हैं। ਉੱਥੇ ਇਹ ਇਸ ਮਤਲਬ ਦੇ ਲਈ ਗਿਆ ਸੀ। ਇਹਦਾ ਪਹੁੰਚਣ ਦਾ ਮਤਲਬ ਇਹ ਸੀ ਵੀ ਛੋਟੇ ਸਾਹਿਬਜ਼ਾਦੇ ਨੇ ਜਿਹੜੇ ਸੱਚੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ, ਉਹ ਮੇਰੇ ਘਰ ਹਨ ਜੀ। इनके पकड़ने के सभी खां कमाल हैं। ਕਮਾਲ ਦਾ ਅਰਥ ਹੁੰਦਾ ਹੈ ਹਰ ਤਰ੍ਹਾਂ ਦਾ ਜਿਹੜਾ ਅਸਲ ਵਧੀਆ ਮੌਕਾ ਹੋਵੇ ਉਹਦੇ ਲਈ ਇਹ ਸ਼ਬਦ ਹੈ। ਜਿਨਕੇ ਪਕੜਨੇ ਕੇ ਸਭੀ ਕਹਾਂ ਕਮਾਲ ਹੈ। ਅੱਜ ਬਹੁਤ ਹੀ ਵਧੀਆ ਯੋਗ ਮੌਕਾ ਹੈ, ਯੋਗ ਸਮਾਂ ਛੋਟੇ ਸਾਹਿਬਜ਼ਾਦਿਆਂ ਨੂੰ ਪਕੜਨ ਦਾ ਜੀ। राजो से और नवाब से दिलवाओ घर इनाम। ਤੇ ਉਹਨਾਂ ਨਾਲ ਇਹ ਵੀ ਗੱਲ ਕਰਦਾ ਹੈ ਵੀ ਹੁਣ ਤੁਸੀਂ ਮੈਨੂੰ ਮੈਂ ਪਕੜਾਵਾਂਗਾ ਤਾਂ ਜੇ ਮੈਨੂੰ ਤੁਸੀਂ ਇਨਾਮ ਦਿਵਾਓਗੇ। ਰਾਜੋ ਸੇ ਜਿਹੜੇ ਪਹਾੜੀ ਰਾਜੇ ਸਨ, ਔਰ ਨਵਾਬ ਸੇ ਜਿਹੜਾ ਸੂਬਾ ਸਰਹੰਦ ਨਵਾਬ ਸੀ। ਰਾਜੋ ਸੇ ਇਹ ਜਿਹੜਾ ਔਰੰਗਜ਼ੇਬ ਮੌਕੇ ਦਾ ਰਾਜਾ ਸੀ ਉਦੋਂ, ਉਹਦੇ ਵਾਸਤੇ ਤੇ ਨਵਾਬ ਜਿਹੜਾ ਵਜ਼ੀਰ ਖਾਨ ਸੂਬਾ ਸਰਹੰਦ ਦੇ, ਉਹਨਾਂ ਤੋਂ ਕਹਿੰਦਾ ਜੀ ਮੈਨੂੰ ਇਨਾਮ ਦਿਵਾਇਓ। आका की माँ को बेटों को पकड़ाओ लाख नाम। ਲਾਕ ਨਾਮ ਦਾ ਅਰਥ ਹੁੰਦਾ ਬਿਨਾਂ ਸ਼ੱਕ ਤੋਂ। ਕਹਿੰਦਾ ਇਹਦੇ ਵਿੱਚ ਕੋਈ ਸ਼ੱਕ ਕਰਨ ਦੀ ਗੱਲ ਨਹੀਂ ਹੈਗੀ ਬਈ ਤੁਹਾਨੂੰ ਮੈਨੂੰ ਕੇਵਲ ਸ਼ੱਕ ਹੀ ਹੈ ਵੀ ਮੈਂ ਉੱਥੇ ਵੇਖਿਆ। ਕਈ ਵਾਰੀ ਅਸੀਂ ਸ਼ੱਕ ਦੇ ਵਿੱਚ ਗੱਲ ਦੇ ਕਰ ਦਿੰਨੇ ਆ ਵੀ ਹਾਂ ਮੈਂ ਉੱਥੇ ਵੇਖੇ ਨੇ, ਤਾਂ ਸ਼ੱਕ ਸੱਚਾ ਨਹੀਂ ਹੁੰਦਾ। ਲਾਕ ਲਾਮ ਦਾ ਅਰਥ ਹੈ ਸ਼ੱਕ ਵਾਲੀ ਕੋਈ ਗੱਲ ਨਹੀਂ, ਸ਼ੱਕ ਨਹੀਂ ਹੈਗਾ। ਗੁਰੂ ਮਹਾਰਾਜ ਜੀ ਦੀ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਮੈਂ ਤੁਹਾਨੂੰ ਬਿਨਾਂ ਸ਼ੱਕ ਤੋਂ ਪਕੜਵਾਵਾਂਗਾ। बाकी सिलसिला बजीद से तुम भी है याद काम। ਪਾਕੇ ਸਿਲਾ ਦਾ ਅਰਥ ਹੁੰਦਾ ਬਦਲਾ। ਵਜੀਦ ਸੇ ਤੁਮ ਵੀ ਹੈ ਸਾਧ ਕਾਮ। ਸਾਧ ਕਾਮ ਦਾ ਅਰਥ ਹੈ ਵਜ਼ੀਰ ਖਾਨ ਤੋਂ ਚੰਗੀਆਂ ਖਿਲਤਾਂ ਤੁਸੀਂ ਵੀ ਪ੍ਰਾਪਤ ਕਰੋਗੇ। ਹੁਣ ਜਿਹੜਾ ਵਜ਼ੀਰ ਖਾਨ ਹੈ ਉਹ ਆਪਣਾ ਬਦਲਾ ਜਿਹੜਾ ਇਹ ਛੋਟਿਆਂ ਬੱਚਿਆਂ ਤੋਂ ਲਵੇਗਾ, ਤੁਹਾਨੂੰ ਤੇ ਮੈਨੂੰ ਚੰਗੀਆਂ ਖਿਲਤਾਂ ਦੇਗਾ, ਭਾਵ ਚੰਗੇ ਇਨਾਮ ਦੇਵੇਗਾ। मुझको भी खिलियतों से करे फायजुल मराम। ਤੇ ਮੈਨੂੰ ਵੀ ਉਹ ਚੰਗੀਆਂ ਮੁਰਾਦਾਂ ਦੇ ਕੇ ਤੇ ਸਤਿਕਾਰੇਗਾ, ਮੈਨੂੰ ਵੀ ਉਹ ਮਿਲਣਗੀਆਂ। अली किसाने के साथ वो जासूस आ गया। ਅਲ ਕਿੱਸਾ ਦਾ ਅਰਥ ਹੁੰਦਾ
ਅਸਲ ਗੱਲ ਇਹ ਹੋਈ, ਜਾਂ ਮੈਂ ਗੱਲ ਮੁਕਾਨਾ ਭਈ ਇਹ ਹੁਣ ਜਿਹੜੇ ਸਨ ਨਾ ਇਹ ਜਸੂਸ ਇਹ ਨਾਲ ਆ ਗਏ, ਭਾਵ ਜਿਹੜੇ ਸਿਪਾਹੀ ਸਨ ਉਹਨਾਂ ਨੂੰ ਨਾਲ ਹੀ ਲੈ ਕੇ ਆ ਗਿਆ ਹੈ। ਪਕੜਾਨੇ ਸਹਿਜਾਦੂ ਕੋ ਮਨਹੂਸ ਆ ਗਿਆ। ਤੇ ਛੋਟੇ ਸਾਹਿਬਜ਼ਾਦਿਆਂ ਨੂੰ ਪਕੜਵਾਉਣ ਵਾਸਤੇ ਇਹ ਮਨਹੂਸ ਨਾਲ ਲੈ ਕੇ ਆਏ। ਇਹ ਜਿਹੜੇ ਪਕੜਨ ਵਾਸਤੇ ਆਏ ਸਨ ਇਹਨਾਂ ਦਾ ਨਾਂ ਸੀ ਜਾਨੀ ਖਾਂ ਤੇ ਮਾਨੀ ਖਾਂ। ਇਹ ਦੋਵੇਂ ਭਰਾ ਸਨ ਜਿਹੜੇ ਇੱਥੇ ਚੌਂਕੀ ਜਾਂ ਥਾਣੇ ਦੇ ਵਿੱਚ ਕਰਿੰਦੇ ਸਨ। ਇਹ ਜਾਨੀ ਖਾਂ ਤੇ ਮਾਨੀ ਖਾਂ ਨੂੰ ਦੋਵਾਂ ਨੂੰ ਨਾਲ ਲੈ ਕੇ ਖੇੜੀ ਪਹੁੰਚ ਗਿਆ ਹੈ ਜੀ। ਬੱਚੇ ਜਿਨ੍होंने ਆਕੇ ਗ੍ਰਿਫਤਾਰ ਕਰ ਲਿਏ। ਇਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਆਣ ਕੇ ਗ੍ਰਿਫਤਾਰ ਕਰ ਲਿਆ ਹੈ। ਕਾਬੂ ਬਜਬਰ 100 ਬਿਆਰ ਕਰ ਲਿਏ। ਕਾਬੂ ਬਜਬ ਦਾ ਅਰਥ ਹੁੰਦਾ ਬਿਨਾਂ ਗਲਤੀ ਤੋਂ ਇਹਨਾਂ ਨੂੰ ਕਾਬੂ ਕੈਦ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲੈਣਾ। ਬੇਕਸੂਰ ਦਾ ਅਰਥ ਹੁੰਦਾ ਕੋਈ ਕਸੂਰ ਨਹੀਂ ਹੈਗਾ, ਜਿਸ ਦਾ ਕੋਈ ਵੀ ਕਸੂਰ ਨਾ ਹੋਵੇ ਤੇ ਜਿਹੜਾ ਕੋਈ ਕਿਸੇ ਤਰ੍ਹਾਂ ਕਰਕੇ ਗੁਨਾਹਗਾਰ ਵੀ ਨਾ ਹੋਵੇ, ਉਹਨੂੰ ਜਦੋਂ ਸ਼ਤਾਇਆ ਜਾਵੇ ਉਦੋਂ ਇਹ ਸ਼ਬਦ ਵਰਤੇ ਜਾਂਦੇ ਨੇ। ਕਾਬੂ ਬੇਵਜਾ ਬੇਕਸੇ ਬਿਆਰ ਕਰ ਲਈਏ। ਬੇਕਸੂਰ ਬੱਚਿਆਂ ਨੂੰ ਬੇਵਜਾ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਹੈ ਜੀ। ਅਬ ਜੇ ਮੈਂ ਆਪਣੇ ਦੋ ਦੁਰੇ ਸਹਿਵਾਰ ਕਰ ਲਈਏ। ਦੋ ਦੁਰੇ ਦਾ ਅਰਥ ਹੁੰਦਾ ਸੁੱਚੇ ਮੋਤੀ। ਛੋਟੇ ਸਾਹਿਬਜ਼ਾਦੇ ਸੁੱਚੇ ਮੋਤੀਆਂ ਦੀ ਤਰ੍ਹਾਂ ਸੁੱਚੇ ਸਨ ਤੇ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਹੈ। ਸਰਹਿੰਦ ਸਾਥ ਚਲਨੇ ਕੋ ਤਿਆਰ ਕਰ ਲਈਏ। ਤੇ ਇੱਥੇ ਇਹਨਾਂ ਛੋਟੇ ਸਾਹਿਬਜ਼ਾਦਿਆਂ ਨੇ ਮਰਿੰਡੇ ਰਾਤ ਕੱਟੀ ਹੈ। ਉਸ ਤੋਂ ਅੱਗੇ ਜਿਹੜਾ ਸਰਹੰਦ ਦਾ ਪ੍ਰਸੰਗ ਹੈ ਉਹ ਚੱਲ ਪਿਆ ਹੈ ਤੇ ਉਹ ਸੱਚੇ ਸਤਿਗੁਰ ਕਿਰਪਾ ਕਰਨਗੇ। ਆਉਣ ਵਾਲੇ ਸਮੇਂ ਦੇ ਵਿੱਚ ਆਪ ਸੇਵਾ ਲੈ ਲੈਣਗੇ। ਸਰਹੰਦ ਸਾਥ ਚੱਲਣੇ ਕੋ ਤਿਆਰ ਕਰ ਲਈਏ। ਫਿਰ ਮਰਿੰਡੇ ਜਾ ਕੇ ਉੱਥੋਂ ਸਰਹੰਦ ਲੈ ਕੇ ਜਾਣਗੇ। ਉਹ ਪ੍ਰਸੰਗ ਗੁਰੂ ਜੀ ਕਿਰਪਾ ਰਹਿਮਤ ਕਰਕੇ ਅਗਲੇ ਦਿਨ ਆਪ ਆਪਣੇ ਦਰ ਦੀ ਸੇਵਾ ਲੈ ਲੈਣਗੇ। ਅੱਜ ਦੇ ਲਈ ਸੰਗਤਾਂ ਨੇ ਇਤਨੀ ਕੁ ਸੇਵਾ ਪ੍ਰਵਾਨ ਕਰਨੀ। ਦੇਹੋ ਸੱਜਣ ਆਸੀਸੜੀਆ ਜੋ ਹੋਵੇ ਸਹਿਬ ਸਿਉ ਮੇਲ ਆਏ। ਪ੍ਰਭ ਸਰਨਾਗਤੀ ਕਿਰਪਾ ਨਿਧ ਏਕ ਅੱਖਰ ਹਰ